तुसी सुन रहे हो चावला न्यूज़ नेटवर्क टोरंटो CNN टोरंटो। भट्ट साहब जी आया नु स्वागत है। सत श्री अकाल, वाहिगुरु जी का खालसा, वाहिगुरु जी की फतेह। मेरे वालों में आप भी सारे श्रोता ते दर्शकों ਨੂੰ वाहिगुरु जी का खालसा, वाहिगुरु जी की फतेह जी। की हाल चाल ठीक ठाक हो? बिल्कुल जी, तुसी देरों दे सुल्तान दी गल कीती, तुहाडी गल ते बिल्कुल ठीक है जी। लेकिन आज दे नाल साडे राष्ट्रीय गीत निर्माता जिहड़े रविंद्रनाथ ठाकुर बाद च बोल बने, रविंद्रनाथ ठाकुर ते इंडिया दे सब तो पहला नोबल प्राइज लैने वाले जिहड़े ने आज उन्हां दा भी जन्मदिन 7 तरीक ਨੂੰ। हाँ जी, 6:30 ਦੀ ਰਾਤ ਅੱਜ ਸਾਡੀ 6 ਦੇ 11:29 ਬੜਾ ਕਨਫਿਊਜ਼ਡ ਹੈ, ਬੜਾ ਕਨਫਿਊਜ਼ਡ ਹੈ ਮੈਂ। ਮੇਰੇ ਕੋਲ ਬਿਰਹੋਂ ਦੇ ਸੁਲਤਾਨ ਜਨਾਬ ਸ਼ੇਖ ਕੁਮਾਰ ਬਟਾਲੀ ਸਾਹਿਬ ਦਾ ਬਹੁਤ ਸਾਰਾ ਸੰਗ੍ਰਹਿ ਹੈ, ਕਿਉਂਕਿ ਲਾਈਵ ਟੀਵੀ ਕਰਦੇ ਪਏ ਇਸ ਵਕਤ। ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਪੜ੍ਹ ਕੇ ਸੁਣਾਉਣੀਆਂ ਹੁੰਦੀਆਂ, ਪਰ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸਾਂ ਕਿ ਅੱਜ ਕੱਲ੍ਹ ਤਾਂ ਲੋਕ ਇੱਦਾਂ ਫੋਨ ਦੇ ਉੱਤੇ ਵੱਡੇ ਵੱਡੇ ਹੋਸਟ ਵੀ ਜਿਹੜੇ ਨੇ, ਵੱਡੇ ਵੱਡੇ ਜਿਹੜੇ ਧਨੰਤਰ ਨੇ, ਫੋਨ ਲੈ ਲੈਂਦੇ ਨੇ। ਕਿਤਾਬ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ ਤੇ ਅੱਖਾਂ ਨੀਵੀਆਂ ਹੁੰਦੀਆਂ ਨੇ ਨਾ, ਤਾਂ ਫਿਰ ਉਹ ਟੀਵੀ ਦੇ ਉੱਤੇ, ਤੇ ਟੀਵੀ ਦਾ ਜਦੋਂ ਅਸੀਂ ਟੀਵੀ ਸ਼ੁਰੂ ਕੀਤਾ ਸੀ ਤੇ ਸਾਨੂੰ ਜਿਹੜੇ ਉਸਤਾਦ ਸੀ ਉਹ ਕਹਿੰਦੇ ਸੀ ਅੱਖਾਂ ਐ ਰਹਿਣੀਆਂ ਚਾਹੀਦੀਆਂ ਕੈਮਰੇ ਦੇ ਵਿੱਚ, ਹੈ ਨਾ ਜੀ। ਤੇ ਉਹ ਜਦੋਂ ਤੁਸੀਂ ਨੀਵੀਂ ਪਾ ਕੇ ਪੜ੍ਹਦੇ ਆ ਤੇ ਫਿਰ ਤਾਂ ਹੀ ਇੰਝ ਲੱਗਦੇ ਹੋ ਕਿ ਤੁਸੀਂ ਮਤਲਬ ਲੋਕਾਂ ਦੇ ਨਾਲ ਇੱਕ ਮਜ਼ਾਕ ਜਿਹਾ ਕਰ ਰਹੇ ਹੋ। ਉਹ ਅੱਖਾਂ, ਉਹ ਤੁਹਾਡੀਆਂ ਅੱਖਾਂ ਵੇਖਣਾ ਚਾਹੁੰਦੇ ਨੇ, ਤੁਹਾਡੀਆਂ ਅੱਖਾਂ ਦੇ ਵਿੱਚੋਂ ਸੁਣਨਾ ਚਾਹੁੰਦੇ, ਤੁਹਾਨੂੰ ਤੁਹਾਡੀ ਵੋਕੈਬਲਰੀ ਜਿਹੜੀ ਆ ਉਹ ਕਿੰਨੀ ਕਾ ਉਹ ਵੇਖਣਾ ਚਾਹੁੰਦੇ ਨੇ। ਖੈਰ ਰੇਡੀਓ ਦੇ ਉੱਤੇ, ਰੇਡੀਓ ਇੱਕ ਡਿਫਰੈਂਟ ਹੈ, ਰੇਡੀਓ ਐਂਡ ਟੀਵੀ ਟੂਗੈਦਰ ਕਰਨਾ ਉਹ ਮੇਰੇ ਖਿਆਲ ਦੇ ਵਿੱਚ ਆਪਣੇ ਆਪ ਇਹਦੇ ਵਿੱਚ ਬੜਾ ਡਿਫਰੈਂਟ ਹੈ। ਤੇ ਰੰਗਲਾ ਪੰਜਾਬ ਨੂੰ ਮਾਣ ਹੈ ਕਿ ਇਸ ਵਕਤ ਰੇਡੀਓ ਵੀ ਤੁਹਾਡੇ ਸਿਰ ਉੱਤੇ ਸੁਣ ਰਹੇ ਨੇ ਲਾਈਵ CGMR 1320 ਮੀਟਰ ਬੈਂਡ ਤੇ, ਔਰ ਨਾਲ ਟੀਵੀ ਵੀ ਜਿਹੜਾ ਹੈ ਉਹ ਦੇਖ ਰਹੇ ਹਨ, ਜਿਹੜੇ IPTV ਬਾਕਸ ਆ YouTube ਤੇ ਵੀ ਨਾਲ ਦੀ ਨਾਲ। ਸੋ ਬਿਰਹੋਂ ਦੇ ਸੁਲਤਾਨ ਜਨਾਬ ਸ਼ੇਖ ਕੁਮਾਰ ਬਟਾਲਵੀ ਸਾਹਿਬ ਅੱਜ ਰਾਤ ਮਤਲਬ 12 ਵਜੇ ਤੋਂ ਬਾਅਦ, ਜਾਣੀ ਕਿ 7 ਤਰੀਕ ਤੇ 7 ਤੇ 8 ਨੂੰ ਜਿਹੜਾ ਹੈ ਉਹ ਕਈਆਂ ਨੇ ਲਿਖਿਆ ਕਿ ਉਹ ਇਸ ਸੰਸਾਰ ਤੋਂ ਗਏ। ਉਹਨਾਂ ਦੇ ਸਿਸਟਰ ਇੱਥੇ ਰਹਿੰਦੇ ਨੇ ਕੈਨੇਡਾ ਦੇ ਵਿੱਚ ਜੀ। ਜਦੋਂ ਅਸੀਂ ਰੇਡੀਓ ਨਾਲ ਕਰਦਾ ਸਾਰਾ, ਇਕੱਲਾ ਰੇਡੀਓ ਹੁੰਦਾ ਸੀ, TV ਰਿਕਾਰਡ ਹੁੰਦੇ ਸੀ, ਤੇ ਅਸੀਂ ਉਹਨਾਂ ਨਾਲ ਇੰਟਰਵਿਊ ਵੀ ਕੀਤੀ। ਉਹਨਾਂ ਦਾ ਸਕਾਰਪੁਰ ਦੇ ਸਾਈਡ ਦੇ ਵਿੱਚ ਉਹਨਾਂ ਦੀ ਰਿਹਾਇਸ਼, ਉਹਨਾਂ ਦੇ ਭੈਣ ਜੀ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਬਿਰਹੋਂ ਦੇ ਸੁਲਤਾਨ ਜਨਾਬ ਸ਼ੇਖ ਕੁਮਾਰ ਬਟਾਲਵੀ ਸਾਹਿਬ ਬਾਰੇ ਅਸੀਂ ਕਰ ਚੁੱਕੇ ਹਾਂ। ਅੱਜ ਉਹਨਾਂ ਨੂੰ ਸਜਦਾ ਕਰਦੇ ਹਾਂ। ਸਾਡੇ ਇੱਕ ਸਰੋਤੇ ਦੀ ਕਾਲ ਆਈ ਸੀ ਕਿ ਉਹਨਾਂ ਦੇ ਬਾਰੇ ਕੁਝ ਉਹਨਾਂ ਦੀ ਸੁਣਾਇਆ ਜਾਵੇ ਲੇਖਣੀ। ਸੋ ਕੱਲ੍ਹ ਨੂੰ ਤੁਸੀਂ ਜਿਹੜੀ ਗੱਲ ਕੀਤੀ ਹੈ ਜੀ, ਉਹ 7 ਤਰੀਕ ਹੈ, ਜਿਹੜੀ ਕਿ ਤੁਹਾਡੇ ਉੱਥੇ ਉਹਦੇ ਹੋ ਚੁੱਕਾ ਸੂਰ 7 ਤਰੀਕ ਦਾ, ਸਾਡੇ ਇੱਥੇ 11:31 ਹੋਏ ਨੇ। ਖੈਰ ਸਵਾਗਤ ਕਰਦੇ ਹਾਂ, ਧੰਨਵਾਦ ਕਰਦੇ ਹਾਂ ਰੰਗਲਾ ਪੰਜਾਬ ਦੇ ਸਰੋਤਿਆਂ ਦਰਸ਼ਕਾਂ ਦੇ ਰਾਹੀਂ ਤਾਂ ਆਪ ਜੀ ਦਾ। ਬਾਦਲਾਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਕਾਫੀ ਉਹਨਾਂ ਨੂੰ ਪੰਥ ਬੜਾ ਯਾਦ ਆ ਰਿਹਾ। ਹਾਂਜੀ, ਸੱਤਾ ਤੋਂ ਬਾਹਰ ਜਦੋਂ ਹੁੰਦੇ ਨੇ ਪੰਥ ਬੜਾ ਯਾਦ ਆਉਂਦਾ ਉਹਨਾਂ ਨੂੰ। 2 ਸੰਵਿਧਾਨ ਦੇ ਮਾਮਲੇ ਅਦਾਲਤ ਨੇ ਨਹੀਂ ਦਿੱਤੀ ਰਾਹਤ, ਅਗਲੀ ਸੁਣਵਾਈ 2 ਜੂਨ ਨੂੰ। ਹੁਣ ਇੱਥੇ ਜਾ ਕੇ ਪੰਗਾ ਫਸਣਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਪਹਿਲਾਂ ਹੀ ਪਤਾ ਲੱਗ ਗਿਆ ਕਿ ਹੁਣ ਸਰਕਾਰ ਬਦਲ ਗਈ ਹੈ? ਉੱਤੇ ਵੀ ਸੈਂਟਰ ਦੇ ਵਿੱਚ ਵੀ ਥੋੜ੍ਹਾ ਜਿਹਾ ਪੁੱਛਗਿੱਛ ਘੱਟ ਗਈ ਹੈ, ਇੱਥੇ ਵੀ ਸਰਕਾਰ ਬਦਲੀ ਹੈ, ਹੁਣ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਮੈਂ ਉਹ ਪਹਿਰੇਦਾਰ ਦਾ ਆਰਟੀਕਲ ਪੜ੍ਹ ਰਿਹਾ ਸਾਂ, ਪੂਰਾ ਤਾਂ ਨਹੀਂ ਪੜ੍ਹਿਆ। ਉਹ ਕਾਠ ਦੀ ਹਾਂਡੀ ਬੜੀ ਗੱਲ ਲਿਖੀ ਉਹਨਾਂ ਨੇ। ਪੰਥ ਜਦੋਂ ਤੁਸੀਂ ਸੱਤਾ ਦੇ ਵਿੱਚ ਹੁੰਦੇ ਹੋ ਉਦੋਂ ਤੁਸੀਂ ਪੰਥ ਨੂੰ ਪਿੱਠ ਵਿਖਾ ਕੇ ਬੈਠੇ ਹੁੰਦੇ ਹੋ, ਜਦੋਂ ਸੱਤਾ ਤੋਂ ਬਾਹਰ ਹੁੰਦੇ ਹੋ ਤੇ ਪੰਥ ਤੁਹਾਨੂੰ ਯਾਦ ਆ ਜਾਂਦਾ। ਉਹ ਇਹੋ ਜਿਹਾ ਕੋਈ ਲੇਖ ਹੈ, ਸੁਣਾਵਾਂਗੇ ਜ਼ਰੂਰ ਆਪਾਂ। ਤੁਸੀਂ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਪੰਥ ਦੀ ਤੇ ਗੁਰੂ ਗ੍ਰੰਥ ਦੀ ਗੱਲ ਹੈ ਜੀ, ਸਿੱਖ ਪੰਥ ਵਾਸਤੇ ਦੋਵੇਂ ਬੜੇ ਵੱਡੇ ਬੋਲੇ। ਗੁਰੂ ਸਾਹਿਬ ਨੇ ਕਿਹਾ ਸੀ ਮੇਰੀ ਰੂਹ ਜਿਹੜੀ ਉਹ ਗੁਰੂ ਗ੍ਰੰਥ ਤੇ ਸਰੀਰ ਜਿਹੜਾ ਮੇਰਾ ਗੁਰੂ ਪੰਥ ਹੈ। ਜੇ ਤੇ ਉਹਨਾਂ ਪੂਰਨਿਆਂ ਤੇ ਅਸੀਂ ਚੱਲੀਏ ਤੇ ਅਕਾਲੀ ਦਲ ਨੂੰ ਕੋਈ ਖਤਰਾ ਕਦੀ ਨਹੀਂ ਪੈਦਾ ਹੋ ਸਕਦਾ। ਲੇਕਿਨ ਅਕਾਲੀ ਦਲ ਨਹੀਂ, ਬਾਦਲ ਨੂੰ ਕਹੀਏ ਅਕਾਲੀ ਦਲ ਨੂੰ ਸ਼ਾਇਦ ਇਹ ਨੌਬਤ ਨਾ ਹੋਵੇ। ਅਕਾਲੀ ਦਲ ਨੇ ਬੜੇ ਹੀ ਜਿਹੜੇ ਨੇ ਦੁੱਖਾਂ ਤਕਲੀਫਾਂ ਦੇ ਤਕਲੀਫ ਨਿਕਲਿਆ। ਅਕਾਲੀ ਦਲ ਹੁੰਦਾ ਤੇ ਬਕਾਇਦਾ ਤੌਰ ਤੇ ਜਹਾਜ਼ਪੁਰੀ ਦੇ ਵਿੱਚ ਜੋ ਕੁਛ ਹੋਇਆ ਉਹ ਬੋਲਦਾ, ਖੜਗੌਨ 'ਚ ਜੋ ਕੁਛ ਹੋਇਆ ਉਹ ਬੋਲਦਾ, ਧਾਰਾ 300 ਖਤਮ ਕੀਤੀ ਗਈ ਤਦ ਬੋਲਦਾ ਜੇ ਅਕਾਲੀ ਦਲ ਹੁੰਦਾ। 370 ਹਾਂਜੀ।
370 ਖਤਮ ਜਿਹੜੀ ਇਹ ਬੋਲਦਾ, ਜਿਹੜੇ ਜ਼ੁਲਮ ਹੋਏ ਸੀ ਮੁਸਲਮਾਨ ਉੱਥੇ ਬੋਲਦਾ, ਲੇਕਿਨ ਹੁਣ ਅਕਾਲੀ ਦਲ ਨਹੀਂ ਪੰਜਾਬੀ ਪਾਰਟੀ ਬਣੀ। ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਜਦੋਂ ਸੰਘੀ ਕੁੱਟੀ ਗਈ, ਅਕਾਲੀ ਦਲ ਹੁੰਦਾ ਤੇ ਬੋਲਦਾ। ਅਕਾਲੀ ਦਲ ਦਾ ਇਸ ਕਰਕੇ ਹੁਣ ਅਕਾਲੀ ਦਲ ਦਾ ਨਾਂ ਲੈ ਕੇ ਜੇ ਅਸੀਂ ਆਪਣੀ ਲੀਡਰੀ ਚ ਵਿਖਾਉਣਾ ਚਾਹੁੰਦੇ ਹਾਂ ਤੇ ਉਹ ਗੱਲ ਬਣਦੀ ਨਹੀਂ, ਕਿਉਂਕਿ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਇੱਕ ਮੰਚ ਤੇ ਇਕੱਠੇ ਹੋ ਜਾਓ, ਲੇਕਿਨ ਇੱਕ ਮੰਚ ਤੇ ਕੋਈ ਨਹੀਂ ਹੈ। फिर जथेदार अकाल तख्त ने बकायदा तौर पर एक धर्मिंदर सिंह आनंद ਉਹਦੇ ਮਾਮਲੇ ਨੂੰ ਲੈ ਕੇ ਤੁਕਾਂ ਤੱਕ ਦੀ ਜਿਹੜੀ ਕੀਤੀ ਉਹਨੂੰ ਲੈ ਕੇ ਜਿਹੜਾ ਸੀ ਉਹਨੂੰ ਕਹਿ ਦਿੱਤਾ ਇੰਨੀ ਗੱਲ ਸੀ ਉਹ ਮੀਟਿੰਗ ਕਰੀਏ। ਉਹਦੇ ਵਿੱਚ ਸਪਾਂਸਰ ਬਾਦਲ ਕਾਇਦ ਦਾ ਜਥੇਬੰਦੀ ਪਹਿਲਾਂ ਵੀ ਇਦਾਂ ਕਰਦੇ ਰਹੇ। ਪੁੱਛੋ ਬੇਬੀ ਜਹੇਦਾਰ ਨੂੰ ਤੁਸੀਂ ਮਾੜਾ ਜਿਹਾ ਕਿਤੇ ਉਹ ਕਰਦੇ ਕਿਸੇ ਗੱਲ ਕਰਦੇ। ਅਗਲੀ ਗੱਲ ਸੁਣੋ, ਜਿਹੜੀ ਕੱਲ ਮੀਟਿੰਗ ਕੀਤੀ ਕਹਿੰਦੇ ਜੀ 45 ਜਥੇਬੰਦੀਆਂ, ਤੇ ਮੈਂ ਕਿਹਾ 45 ਬੰਦੇ ਨਹੀਂ ਉੱਥੇ ਹੋਣੇ। ਚਲੋ ਠੀਕ ਜਥੇਦਾਰ ਸਾਹਿਬ, ਤੁਸੀਂ ਪੰਥਕ ਏਕਤਾ ਕਰਦੇ ਆ, ਮੁਬਾਰਕ ਹੋਵੇ, ਚੰਗੀ ਗੱਲ, ਦੇਰ ਆਏ ਦਰੁਸਤ ਹੈ, ਤੁਸੀਂ ਪੰਥਕ ਏਕਤਾ ਦੀ ਗੱਲ। ਸ਼੍ਰੋਮਣੀ ਕਮੇਟੀ ਨੂੰ ਜੇਕਰ ਆ ਗਿਆ ਭਾਈ ਸਾਰੀਆਂ ਜਿਹੜੀਆਂ ਮਿਲੀਆਂ ਪਾਰਟੀਆਂ ਨੇ ਮੀਟਿੰਗ ਬਣਾ ਲਓ ਤੇ ਬੰਦੀ ਸਿੰਘ ਦੀ ਰਹੀ ਗੱਲ ਕਰਦੀ ਹੈ। 13 ਸਾਲ ਜਦੋਂ ਅਕਾਲੀ ਦਲ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਚ ਭਾਈਵਾਲ ਸੀ, ਨਾ ਸ਼੍ਰੋਮਣੀ ਕਮੇਟੀ ਨੂੰ ਚੇਤਾ ਆਇਆ, ਨਾ ਜਥੇਦਾਰ ਨੂੰ ਚੇਤਾ ਆਇਆ, ਤੇ ਨਾ ਅਕਾਲੀ ਦਲ ਨੂੰ ਚੇਤਾ। ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਆਓ ਮੈਦਾਨੇ ਜਾ ਕੇ ਦੇਖਦੇ ਆ, ਲੋਕ ਬੜੇ ਸਿਆਣੇ ਹੋ ਗਏ, ਕਿੰਨਾ ਤੁਹਾਡਾ ਸਾਥ ਦਿੰਦੇ, ਕਿੰਨਾ ਸਾਥ ਦਿੰਦੇ। ਜਿਹੜੇ 84 ਤੋਂ ਬਾਅਦ ਕਾਂਗਰਸ ਲੋਕ ਗਏ ਨੇ, ਇਹਨਾਂ ਅਕਾਲੀ ਦਲ ਦੇ ਲੀਡਰ ਦੇ ਧੱਕੇ ਹੋ ਗਏ, ਉਹ ਜਾਣ ਲਈ ਤਿਆਰ ਨਹੀਂ ਸੀਗੇ। ਉਹਨਾਂ ਨੇ ਕਈ ਗੱਲ ਕੇ ਸੁਣ ਕੇ ਵੇਖੋ ਨਾ ਤੁਸੀਂ, ਤੇ ਕਿੱਥੇ ਜਾਈਏ ਫਿਰ ਅਸੀਂ। ਜੇ ਬੀਜੇਪੀ ਜਿਹੜੇ ਗਏ ਉਹ ਧੱਕੇ ਹੋ ਕੇ ਗਏ ਨੇ। ਇਕਬਾਲ ਸਿੰਘ ਲਾਲਪੁਰਾ ਦਾ ਮੇਰੀ ਗੱਲ ਰਹੀ, ਮੈਂ ਕਿਹਾ ਜੀ ਤੁਸੀਂ ਚੰਗਾ ਨਹੀਂ ਕੀਤਾ, ਨਾ ਕਿੱਥੇ ਜਾਈਏ, ਕਾਂਗਰਸ ਵੀ ਜਾ ਨਹੀਂ ਸਕਦੇ, ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ, ਕੁਛ ਕੌਮ ਦਾ ਵੀ ਸਵਾਰਨਾ, ਜਿੱਥੋਂ ਕੁਛ ਮਿਲਦਾ ਸਵਾਰਨਾ ਚਾਹੀਦਾ ਸਾਨੂੰ। ਠੀਕ ਆ ਤੁਹਾਡੀ ਗੱਲ। ਅਕਾਲੀ ਦਲ ਇਕਬਾਲ ਸਿੰਘ ਲਾਲਪੁਰਾ ਜਦੋਂ CID ਚ ਰਹੇ ਨੇ, ਇੱਥੇ ਇੰਟੈਲੀਜੈਂਸ ਚ ਰਹੇ ਨੇ, ਪੂਰੀ ਉਹਨਾਂ ਕੋਲ ਰਿਪੋਰਟ ਹੁੰਦੀ ਸੀ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੱਠ ਕੇ ਮਦਦ ਕੀਤੀ, ਤੇ ਜਦੋਂ ਉਹ ਆਏ ਸੱਤਾ ਚ ਆਏ ਤੇ ਸਭ ਤੋਂ ਵੱਡਾ ਘੋੜਾ ਵੀ ਇਕਬਾਲ ਸਿੰਘ ਲਾਲਪੁਰ ਤੇ ਚੱਲਿਆ। ਫਿਰ ਉਹ ਕਿਉਂ ਲਾਲਪੁਰ ਗਏ ਨੇ ਜੀ, ਇਹ ਸੋਚਣਾ ਪਊਗਾ ਅਕਾਲੀ ਦਲ। ਇਸ ਕਰਕੇ ਅਕਾਲੀ ਦਲ ਜਾਂ ਸੰਵਿਧਾਨ ਦੀ ਆਪਾਂ ਗੱਲ ਕੀਤੀ, ਜਦੋਂ ਸ਼ੁਰੂ ਕੀਤੀ ਸੀ ਉੱਥੇ ਮੁੱਕਦੇ ਆ ਕੇ ਆਪਾਂ 2009 ਦੇ ਵਿੱਚ ਜਿਹੜੇ ਸੋਸ਼ਲਿਸਟ ਪਾਰਟੀ ਦੇ ਸਰਪ੍ਰਸਤ ਨੇ ਸਰਦਾਰ ਬਲਵੰਤ ਸਿੰਘ ਖੇੜਾ, ਉਹਨਾਂ ਨੇ ਇੱਕ ਕੇਸ ਕੀਤਾ ਸੀ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਕਿ ਅਕਾਲੀਆਂ ਨੇ 2 ਸੰਵਿਧਾਨ ਰੱਖੇ, ਇੱਕ ਧਾਰਮਿਕ ਤੇ ਇੱਕ ਸੈਕੂਲਰ। ਜਦੋਂ ਇਹਨਾਂ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਤੇ ਉਦੋਂ ਸੈਕੂਲਰ ਸੰਵਿਧਾਨ ਨੇ ਸਾਡੀ ਪਾਰਟੀ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਗਿਆ। ਜਦੋਂ SDP ਦੀ ਚੋਣ ਲੜੀ ਹੁੰਦੀ ਸਾਡੀ ਪਾਰਟੀ ਧਾਰਮਿਕ। ਇਹ ਲਿਖਤੀ ਪੜਤੀ ਚ ਗਵਾਹੀ ਦੀ ਲੋੜ ਹੀ ਕਿਸੇ ਦੀ ਨਹੀਂ ਹੈਗੀ, ਇਹ ਚ ਗਵਾਹ ਦੀ ਲੋੜ ਨਹੀਂ, ਸਾਰੇ ਕੰਮ ਚ ਬੋਲਦੇ ਨੇ। ਜਿੰਨਾ ਚਿਰ ਸਰਕਾਰ ਰਹੀ ਹੈ ਦਾ ਟਿਚ ਨਹੀਂ ਜਾਣਿਆ ਉਹਨੂੰ। ਕੈਪਟਨ ਸਾਹਿਬ ਆ ਗਏ, ਉਹ ਵੀ ਇੱਕ B ਟੀਮ ਸੀ ਕੱਲ ਜਲਦੀ, ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਨੇ ਕੁਛ ਨਹੀਂ ਕੀਤਾ। ਹੁਣ ਸਰਕਾਰ ਬਦਲ ਗਈ, ਸਰਕਾਰ ਬਦਲ ਤੋਂ ਬਾਅਦ ਇਹਨਾਂ ਲੋਕਾਂ ਨੇ ਆਪਣੀਆਂ ਜ਼ਮਾਨਤਾਂ ਕਰਾਈਆਂ, ਨਹੀਂ ਤੇ ਇਹ ਕੋਰਟ ਵੀ ਟਿਚ ਜਾਂਦੇ ਰਹੇ। ਹੁਣ ਇਹਨਾਂ ਜ਼ਮਾਨਤਾਂ ਕਰਾਈਆਂ ਤੇ ਕੱਲ ਤਰੀਕ ਸੀ, ਕੱਲ ਤਰੀਕ ਦੇ ਉੱਤੇ ਬਕਾਇਦਾ ਤੌਰ ਤੇ ਬਲਵੰਤ ਸਿੰਘ ਖੇੜਾ ਦੇ ਬਿਆਨ ਦਰਜ ਹੋਣੇ ਸੀ। ਉਹਦੇ ਬਿਆਨ ਦਰਜ ਹੁੰਦੇ, ਇਹਨਾਂ ਦੇ ਬਿਆਨ ਦੇ 2-4 ਤਰੀਕਾਂ ਚ ਇੱਕ ਮਾਮਲਾ ਖਤਮ ਹੋ ਜਾਣਾ। ਹੁਣ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਪਹਿਲਾਂ ਲਮਕਾਇਆ ਇਸ ਕਰਕੇ ਵੀ ਉਹ ਬਜ਼ੁਰਗ 90 ਸਾਲ ਤੋਂ ਉੱਪਰ ਆ, ਇਹ ਚੜਾਈ ਕਰ ਜੇ ਤੁਰ ਜੇ ਤੇ ਕੋਈ ਗੱਲ ਨਹੀਂ, ਫਿਰ ਵੇਖ ਲਾਂਗੇ। ਲੇਕਿਨ ਉਹ ਕਿਸੇ ਵਿਸ਼ੇਸ਼ ਹੱਡੀ ਦਾ ਬਣਿਆ, ਉਹ ਬਿਲਕੁਲ ਕੈਬਰਕ ਹੈ। ਲੇਕਿਨ ਮੈਂ ਇਹ ਵੀ ਗੱਲ ਦੱਸਦਾ, ਜਿਸ ਧਾਰਾ ਦੇ ਵਿੱਚ 3 ਸਾਲ ਤੋਂ ਵੱਧ ਸਜ਼ਾ ਸੁਣਾਈ ਜਾ ਸਕਦੀ ਹੈ, ਉਸ ਧਾਰਾ ਤੱਕ ਕੇਸ ਚੱਲਦਾ। ਜੇ ਬੰਦਾ ਖਤਮ ਹੋ ਜੇ ਤੇ ਉਹਦੇ ਪਰਿਵਾਰ ਵਾਲੇ, ਉਹਦੀ ਪਾਰਟੀ ਵਾਲੇ ਚਲਾ ਸਕਦੇ। ਜਿਹਦੀ 3 ਸਾਲ ਤੋਂ ਥੱਲੇ ਆ ਉਹ ਕੇਸ ਜ਼ਰੂਰ ਡਿਸਮਿਸ ਹੋ ਜਾਂਦਾ ਵਾ, ਲੇਕਿਨ ਇਸ ਧਾਰਾ ਦੇ ਵਿੱਚ 420 ਦਾ ਕੇਸ 3 ਸਾਲ ਤੋਂ ਉੱਪਰ ਸਜ਼ਾ ਹੋਣੀ। ਠੀਕ, ਪਰ ਸਿਰੜੀ ਚਾਹੀਦਾ ਨਾ ਜੀ।
ਸਿਰੜੀ ਚਾਹੀਦਾ ਉਸੇ ਤਰ੍ਹਾਂ ਦਾ। ਬਿਲਕੁਲ ਬਿਲकुल। ਹੁਣ ਇਹਨਾਂ ਨੇ ਕੱਲ ਕੀ ਕੀਤਾ, ਕੱਲ ਕਹਿੰਦੇ ਜੀ ਸਾਨੂੰ ਸਾਰਾ ਰਿਕਾਰਡ ਦਿਓ। ਜੱਜ ਕਹਿੰਦਾ ਬਿਲਕੁਲ ਤੁਸੀਂ ਪਹਿਲਾਂ ਸੁੱਤੇ ਰਹੇ, ਪਹਿਲਾਂ ਰਿਕਾਰਡ ਨਹੀਂ ਮੰਗਿਆ, ਤੁਸੀਂ ਜਾਣ ਬੁੱਝ ਕੇ ਨਕਾਰ ਰਹੇ ਹੋ ਕੇਸ, ਕੋਈ ਰਿਕਾਰਡ ਨਹੀਂ ਮਿਲਿਆ। ਇੰਨੀ ਗੱਲ ਕਹਿ ਕੇ ਜੱਜ ਨੇ ਕਿਹਾ 2 ਜੂਨ ਨੂੰ ਦੋਵੇਂ ਵਕੀਲ ਤਿਆਰੀ ਕਰਕੇ ਆਏ, ਅਸੀਂ ਗਵਾਹੀ ਖੇੜਾ ਸਾਹਿਬ ਦੀ ਕਰਾਵਾਂਗੇ ਤੇ ਫਿਰ ਅਗਲੀ ਕਾਰਵਾਈ ਛੇਤੀ ਕਰਾਂਗੇ। ਕਰਨਾ ਇਹਦੇ ਬਾਰੇ ਅਸੀਂ ਕੀ ਜੀ। ਜੀ ਕਾਲਰ ਨੇ ਸ਼ਾਇਦ ਕੁਝ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਚਾਵਲਾ ਜੀ, ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਛੋਟਾ ਰੱਖਿਓ ਵੀਰੇ ਸਵਾਲ ਪਲੀਜ਼। ਅੱਜ ਫਰਾਈਡੇ ਨਹੀਂ ਜੀ? ਨਹੀਂ ਕੋਈ ਗੱਲ ਨਹੀਂ, ਫੇਕਿਆ ਫਰਾਈਡੇ, ਆਪਾਂ ਸਵਾਲ ਤੇ ਛੋਟਾ ਰੱਖ ਸਕਦੇ ਹਾਂ। ਅੱਛਾ ਮੈਂ ਸਰ ਸਰ ਕੁਇਕਲੀ ਗੱਲ ਕਰੂੰਗਾ ਆਪਣੇ ਪੰਜਾਬ ਸਰਕਾਰ ਦੀ। ਮੈਂ ਤਾਂ ਕਹਾਣੀ ਪੜ੍ਹੀ ਸੀ ਸਰ, ਉਹ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਕੁਇਕਲੀ। 30 ਸੈਕਿੰਡ ਆ ਜੀ। ਅੱਛਾ, ਤੇ ਉਹ ਕਹਾਣੀ ਆਪਣੇ ਸੀਐਮ ਸਾਹਿਬ ਆਪਣੇ ਕੇਜਰੀਵਾਲ ਸਾਹਿਬ ਕੋ ਕਹਿੰਦੇ ਗਏ ਤੇ ਮੈਨੂੰ ਕੋਈ ਗੁਰ ਦੱਸੋ ਜਿਹਦੇ ਨਾਲ ਮੈਂ ਕੈਬਨਿਟ ਦੇ ਵਿੱਚ ਬੰਦਾ ਪਛਾਣ ਪਈ, ਮੇਰੀ ਕੈਬਨਿਟ ਕਿੰਨੀ ਕਲੀਅਰ। ਉਹ ਕਹਿੰਦੇ ਜੀ ਚੱਡਾ ਸਾਹਿਬ ਆ ਸਾਡੀ ਪਾਰਟੀ 'ਚ, ਤੇ ਉਹਨਾਂ ਤੋਂ ਪੁੱਛੋ। ਚੱਡਾ ਸਾਹਿਬ ਕਹਿੰਦੇ ਓਕੇ ਮਾਨ ਸਾਹਿਬ, ਤੁਸੀਂ ਅਗਰ ਕਿਸੇ ਨੂੰ ਜਾਣਨਾ ਤਾਂ ਇਹ ਹਰੇਕ ਨੂੰ ਇਹ ਪੁੱਛੋ ਤੇ ਦੱਸੋ ਪਹਿਲਾਂ ਦੱਸੋ ਮੈਂ ਆਪਣੇ ਮਾਪੇ ਦਾ ਇਕੱਲਾ ਬੱਚਾ, ਨਾ ਮੇਰਾ ਕੋਈ ਭੈਣ ਨਾ ਭਰਾ, ਦੱਸੋ ਕੌਣ ਆ। ਸੋਚਦੇ ਰਹੇ, ਨਹੀਂ ਪਤਾ ਲੱਗਾ। ਚੱਡਾ ਸਾਹਿਬ ਕਹਿੰਦੇ ਉਹ ਯਾਰ ਮੈਂ ਆ, ਉਹ ਰਾਘਵ ਚੱਡਾ, ਉਹ ਮੈਂ ਹੀ ਆ। ਇਹ ਸਵਾਲ ਜਾ ਕੇ ਤੂੰ ਆਪਣੀ ਕੈਬਨਿਟ ਤੋਂ ਪੁੱਛ, ਜਿਨ ਸਹੀ ਜਵਾਬ ਦੇਤਾ ਉਹ ਬੰਦਾ ਕਾਬਲ ਹੈ ਤੇਰੀ ਕੈਬਨਿਟ 'ਚ, ਬਾਕੀ ਤੂੰ ਆਪ ਦੱਸ ਜੀ। ਚੁਟਕਲਾ ਸੁਣਾਉਣਾ ਸੀ ਇਹਨਾਂ ਨੇ, ਸੁਣਾਤਾ ਜੀ। ਹਾਂਜੀ ਪੱਟੀ ਸਾਹਿਬ। ਵੇਖੋ ਜਿਹੜੀ ਗੱਲ ਤੁਸੀਂ ਕਹੀ ਹੈ ਜੀ, ਕੱਲ ਇੱਕ ਰਿਪੋਰਟ ਛੱਡੀ ਸੀ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਹਰਕਮਲਜੀਤ ਸਿੰਘ ਹੋਇਆ। ਉਸ ਰਿਪੋਰਟ ਦੇ ਵਿੱਚ ਕਹਿੰਦਾ ਸੀ ਅਫਸਰ ਦੁਵਿਧਾ ਦੇ ਵਿੱਚ ਨੇ, ਅਸੀਂ ਕਿਹਦੇ ਕੋਲ ਆਰਡਰ ਲਈਏ, ਕਿਹਦੋਂ ਜਾ ਕੇ ਆਪਣਾ ਦੁੱਖ ਲਈਏ ਜੀ, ਕਿਹਦੇ ਕੋਲ ਜਾ ਕੇ ਆਪਣੀ ਗੱਲ ਕਰੀਏ। ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ। ਅਫਸਰ ਸਾਈ ਬੇਲਗਾਮ ਹੋਈ ਪਈ ਹੈ ਤੇ ਜਿਹੜੇ ਕੁਝ ਇਮਾਨਦਾਰ ਅਫਸਰ ਸੀਗੇ, ਕੰਮ ਕਰਦੇ ਗਏ ਸੀ, ਉਹਨਾਂ ਦਿੱਲੀ ਰਾਬਤਾ ਕਾਇਮ ਕੀਤਾ। ਮਾਰਾ ਸਾਨੂੰ ਕੀ ਹੁਕਮ, ਕਹਿੰਦੇ ਤੁਹਾਡੇ ਨਾਲ ਪੰਜਾਬ ਦੀ ਗੱਲ ਪੰਜਾਬ 'ਚ ਕਰਾਂਗੇ। ਮੈਂ ਅੱਗੇ ਵੀ ਗੱਲ ਕੀ ਆ, ਅੱਜ ਦੀ ਡੇਟ ਦੇ ਵਿੱਚ ਨਾ ਕਿਸੇ MLA ਦੀ, ਨਾ ਕਿਸੇ ਮੰਤਰੀ ਦੀ, ਨਾ ਕਿਸੇ ਮੁੱਖ ਮੰਤਰੀ ਦੀ ਕੋਈ ਨਹੀਂ ਚੱਲਦੀ। ਜੋ ਜੀ ਕਰਦਾ ਅਫਸਰ ਸਹੀ ਕਰੀ ਜਾ ਰਹੀ, ਕੋਈ ਪੁੱਛਣ ਵਾਲਾ ਨਹੀਂ। ਤੇ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਮੁਦਰੇ, ਤੇ ਫਿਰ ਕ੍ਰਾਂਤੀ ਹੁੰਦੀ ਹੈ। ਬਿਲਕੁਲ ਬਿਲਕੁਲ। ਜੇ ਇਹ ਗੱਲ ਕਹਿ ਲਈਏ ਕਿ ਸ਼ਾਇਦ, ਮੈਂ ਦਾਅਵਾ ਨਹੀਂ ਕਰਦਾ ਸੀਗਾ, ਸ਼ਾਇਦ ਕਿ BJP ਤੇ ਆਮ ਆਦਮੀ ਪਾਰਟੀ ਰਲ ਕੇ ਜਿਹੜਾ ਪੰਜਾਬ ਦਾ ਬੇੜਾ ਕਰਨ ਦੀ ਤਿਆਰੀ ਜਿੱਦਣ ਜੰਮੂ ਕਸ਼ਮੀਰ ਦਾ। ਚਲੋ ਲੋਕਾਂ ਨੇ ਬਹੁਤ ਵਧੀਆ ਫੈਸਲਾ ਜੀ। ਕੱਲ ਤੁਸੀਂ ਚਾਈ ਕਹਿ ਰਹੇ ਸੀ ਜਦੋਂ ਉੱਥੇ ਕਿ ਬਦਲਾਅ ਆ ਗਿਆ ਜੀ, ਭਗਵੰਤ ਮਾਨ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ। ਅੱਜ ਪੰਜਾਬ ਦੇ ਵਿੱਚ ਉੱਥੇ ਜਿਹੜੀਆਂ ਨੇ ਜੌਬਸ ਕੱਢੀਆਂ ਜਾ ਰਹੀਆਂ ਨੇ, ਵੈਕੈਂਸੀਆਂ ਕੱਢੀਆਂ ਜਾ ਰਹੀਆਂ। ਮੈਂ ਹੁਣ ਬੜਾ ਮਤਲਬ ਸਰਪ੍ਰਾਈਜ਼ ਆ, ਕੋਈ ਆਇਆ ਨਹੀਂ, ਕੋਈ ਆਮ ਆਦਮੀ ਪਾਰਟੀ ਤਾਂ ਮੇਰੇ ਪਿੱਛੋਂ ਬੜਾ ਗੱਜਦੇ ਰਹੇ, ਕਹਿੰਦੇ ਮੈਨੂੰ ਸੂਚਨਾਵਾਂ ਮਿਲਦੀਆਂ ਰਹੀਆਂ ਨੇ। ਹੁਣ ਕਾਲ ਕਰ ਲਓ ਬਈ, ਮੈਂ ਤਾਂ ਧਰਾਤਲ ਤੋਂ ਆਇਆ, ਲੋਕਾਂ ਦੇ ਵਿੱਚ ਵਿਚਰ ਕੇ ਆਇਆ, ਆਓ ਕਾਲ ਕਰੋ ਉੱਥੇ। ਹੁਣ ਸਵਾਲ ਦਾ ਜਵਾਬ ਵੀ ਮਿਲੂਗਾ, ਨਾਲੇ ਪਤਾ ਲੱਗੂਗਾ ਗੱਲ ਹੁੰਦੀ ਹੈ। 25 ਸਾਲ ਦਾ ਐਕਸਪੀਰੀਅੰਸ ਵੀ ਆ ਕਿ ਕੀ ਹੋਣਾ ਕੀ ਨਹੀਂ ਹੋਣਾ। ਜੌਬਸ ਜਿਹੜੀਆਂ ਨੇ ਨਿਕਲੀਆਂ ਨੇ ਉਹ ਕਿਹਨੂੰ ਕਿਹਨੂੰ ਮਿਲ ਰਹੀਆਂ, ਕਿਵੇਂ ਮਿਲ ਰਹੀਆਂ, ਕਿੱਥੇ ਮਿਲ ਰਹੀਆਂ, ਕਿਹਦੀ ਸ਼ਹਿਰ ਤੇ ਮਿਲ ਰਹੀਆਂ, ਕਿਹਨਾਂ ਨੂੰ ਲੈਟਰ ਇਸ਼ੂ ਕੀਤੇ ਜਾ ਰਹੇ ਨੇ ਡਾਇਰੈਕਟਲੀ। ਜੀ ਪੰਜਾਬੀਆਂ ਦਾ ਹੱਕ ਖੋਇਆ ਨਹੀਂ ਜਾ ਰਿਹਾ। ਪੰਜਾਬੀਆਂ ਦਾ ਹੱਕ ਪਹਿਲਾਂ ਵੀ ਖੋਇਆ ਗਿਆ, ਚਲੋ ਜੇ ਬਾਦਲਾਂ ਨੇ ਖੋਇਆ, ਕਾਂਗਰਸ ਦੇ ਵੇਲੇ ਖੋਇਆ, ਤੇ ਹੁਣ ਤਾਂ ਤੁਸੀਂ ਬਦਲਾਅ ਲੈ ਕੇ ਆਂਦਾ ਸੀ। ਤੇ ਇਹ ਮਤ ਸੋਚਣ ਆਮ ਆਦਮੀ ਪਾਰਟੀ ਵਾਲੇ, ਭਾਵੇਂ ਕਿ 50 ਦੇਣੀ ਹੋਏ ਨੇ, ਇੱਥੇ ਭਗਤ ਬੜੇ ਹੈਗੇ ਨੇ, ਖੋਪੇ ਲਾ ਕੇ ਫਿਰਨ ਵਾਲੇ ਭਗਤ, ਇਹ ਮਤ ਸੋਚਣ ਕਿ ਅਸੀਂ ਜੇ ਕਾਂਗਰਸ ਦੇ ਖਿਲਾਫ ਵੀ ਤੇ ਅਕਾਲੀਆਂ ਦੇ ਖਿਲਾਫ ਵੀ ਤੇ ਭਾਜਪਾਈਆਂ ਦੇ ਖਿਲਾਫ ਵੀ ਜਿਹੜਾ ਗਲਤ ਕੰਮ ਆ ਉਹਦੇ ਉੱਤੇ ਕ੍ਰਿਟੀਸਾਈਜ਼ ਕੀਤੀ, ਜਿੱਥੇ ਸਹੀ ਬੋਲਿਆ ਤੇ ਸਹੀ ਬੋਲਿਆ ਉਹਨਾਂ ਦਾ ਵੀ ਇਹਨਾਂ ਨੇ ਚੰਗਾ ਕੰਮ ਕੀਤਾ। ਭਗਵੰਤ ਮਾਨ ਚੰਗਾ ਕੰਮ ਕਰ ਰਿਹਾ, ਚੰਗਾ ਕਵਾਂਗੇ। ਜਿੱਥੇ ਕਿਤੇ ਹਰ MLA ਜਿਹੜਾ ਵਾ ਮੰਤਰੀ ਬਣਿਆ ਤੁਹਾਡਾ, ਉਹਦੇ ਨਾਲ ਜਿਹੜੇ ਉਹਦੇ ਸਲਾਹਕਾਰ ਨੇ ਉਹ ਦਿੱਲੀ ਤੋਂ ਆ ਕੇ ਬੈਠੇ ਹੋਏ ਨੇ। ਜੀ ਬਿਲਕੁਲ ਠੀਕ ਹੈ। ਦਿੱਲੀ ਤੋਂ ਆ ਕੇ ਬੈਠੇ ਹੋਏ ਤੁਹਾਡੇ ਜਿਹੜੇ ਕੈਬਨਿਟ ਮੰਤਰੀ ਬਣਾਏ ਹੋਏ ਨੇ, ਉਹ ਅਗਵਾ ਕੀਤੇ ਹੋਏ ਨੇ ਉਹਨਾਂ ਨੇ। ਉਹਨਾਂ ਤੋਂ ਬਗੈਰ ਉਹ ਹਿੱਲ ਨਹੀਂ ਸਕਦੇ, ਗੱਲ ਨਹੀਂ ਕਰ ਸਕਦੇ, ਕੋਈ ਫੈਸਲਾ ਨਹੀਂ ਲੈ ਸਕਦੇ। ਤੁਸੀਂ ਹੁਣੇ ਗੱਲ ਕਹਿ ਕੇ ਹਟੇ ਹੋ ਕਿ ਜਿਹੜੇ ਕੁਝ ਸਾਫ ਸੁਥਰੇ ਅਕਸ ਦੇ ਨੇ ਜਾ ਕੇ ਦਿੱਲੀ ਬੈਠੇ, ਸਾਡੇ ਬਾਰੇ ਕੀ ਹੁਕਮ ਆ। ਇਹ ਅੱਜ ਤੁਸੀਂ ਵੇਖਿਓ 2 ਮਹੀਨੇ ਬਾਅਦ, 3 ਮਹੀਨੇ 4 ਮਹੀਨੇ ਬਾਅਦ ਵੇਖਿਓ ਸਾਰੇ ਬੋਲਣਗੇ ਵੀ ਅਸੀਂ ਤਾਂ ਯਾਰ ਗਲਤ ਫੈਸਲਾ ਕਰ ਬੈਠੇ ਹਾਂ। ਹੋ ਸਕਦਾ ਸਹੀ ਵੀ ਹੋਵੇ, ਅਸੀਂ ਗਲਤ ਹੋਈਏ। ਬਹੁਤ ਕੁਝ ਇਹੋ ਜਿਹਾ ਹੋ ਰਿਹਾ ਕਿ
ਚਾਵਲਾ ਸਾਹਿਬ ਪਹਿਲਾਂ ਵੀ ਗੱਲ ਕਰਦੇ ਰਹੇ ਜੀ ਮਨੀ ਮੇਕਸ ਮੇਅਰ ਜੀ, ਪਹਿਲਾਂ ਵੀ ਕਹਿੰਦੇ ਰਹੇ ਕਿ ਪੰਜਾਬ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਬਹੁਤ ਵੀਕ ਹੋ ਚੁੱਕਾ, ਇਹਨੂੰ ਦਿੱਲੀ ਮਾਡਲ ਨਹੀਂ ਬਣਾਇਆ ਜਾ ਸਕਦਾ। ਕਿਉਂ ਨਹੀਂ ਬਣਾਇਆ ਜਾ ਸਕਦਾ? ਦਿੱਲੀ ਦੇ ਵਿੱਚ ਬੜੀ ਵੱਡੀ ਹੋਲਸੇਲ ਮਾਰਕੀਟ, ਜਿੱਥੇ IRS ਅਫਸਰ ਰਹੇ ਨੇ ਕੇਜਰੀਵਾਲ ਸਾਹਿਬ, ਉਹਨਾਂ ਨੂੰ ਪਤਾ ਸੀ ਚੋਰ ਮੋਰੀਆਂ ਜਿਹੜੀਆਂ ਉਹਨਾਂ ਆਉਂਦਿਆਂ ਜਦੋਂ ਮੁੱਖ ਮੰਤਰੀ ਬਣੇ, ਉਹ ਚੋਰ ਮੋਰੀਆਂ ਬੰਦ ਕਰਤੀ, ਜਿੰਨਾ ਰੈਵਨਿਊ ਸੀ ਸਾਰਾ ਖਜ਼ਾਨੇ ਚ ਆ ਗਿਆ। ਪੰਜਾਬ 'ਚ ਇਹੋ ਜਿਹਾ ਕੋਈ ਚੀਜ਼ ਨਹੀਂ ਹੈਗੀ। ਪੰਜਾਬ ਦੀ ਖੇਤੀਬਾੜੀ ਇੱਕ ਹੈਗੀ ਹੈ, ਖੇਤੀਬਾੜੀ ਦੇ ਐਗਰੋ ਬੇਸਡ ਪਲਾਂਟ ਤੁਸੀਂ ਲਾਉਣੇ ਆ ਤੇ ਤੁਹਾਨੂੰ ਘੱਟੋ ਘੱਟ 20 ਸਾਲ ਦਾ ਸਮਾਂ ਚਾਹੀਦਾ। ਜਾਂ ਵੱਧ ਤੋਂ ਵੱਧ ਕਲੋਨੀਆਂ ਕੱਟਣੀਆਂ ਨੇ, ਤੇ ਕਲੋਨੀਆਂ ਕੱਟਣ ਵਾਸਤੇ ਪਰਮਿਸ਼ਨ ਜਿਹੜੀ ਆ ਉਹ ਦਿੱਲੀ ਜਾ ਕੇ ਮਿਲ ਰਹੀ ਆ, ਦਿੱਲੀ ਜਾ ਕੇ ਮਿਲ ਰਹੀ ਹੈ। ਬਿਲਕੁਲ। ਜਾਂ ਵੱਧ ਤੋਂ ਵੱਧ ਤੁਹਾਡੇ ਕੋਲ ਮਾਈਨਿੰਗ ਆ ਨਾ, ਪਾਣੀ ਤੇ ਤੁਹਾਡਾ ਉਹਦਾ ਨਹਿਰਾਂ ਤੇ ਤੁਹਾਡੀਆਂ ਸੁੱਕ ਗਈਆਂ, ਦਰਿਆ ਤੁਹਾਡੇ ਜਿਹੜੇ ਨੇ ਸੁੱਕੇ ਪਏ ਨੇ, ਲੋਕਾਂ ਨੇ ਘਰ ਬਣਾ ਲਏ ਨੇ ਵਿੱਚ। ਹੋਰ ਕੀ ਤੁਹਾਡੇ ਕੋਲ? ਖੇਤੀਬਾੜੀ ਬਿਲਕੁਲ ਸਹੀ 100% ਤੁਸੀਂ ਕਿਹਾ ਖੇਤੀਬਾੜੀ ਹੈ ਤੁਹਾਡੀ। ਇੰਡਸਟਰੀ ਸਾਰੀ ਚੱਕੇ ਹਿਮਾਚਲ ਹੈ, ਹਿਮਾਚਲ ਉਹ ਪੰਥਕ ਸਰਕਾਰ ਦੇ ਵੇਲੇ ਦੀ ਮਿਹਰਬਾਨੀਆਂ ਨੇ। ਬਿਲਕੁਲ ਬਿਲਕੁਲ ਬਿਲਕੁਲ। ਜੇ ਕੋਈ ਮਾੜਾ ਮੋਟਾ ਹੈਗਾ ਉਹਦਾ ਭੱਠਾ ਬਹਿ ਜਾਣਾ, ਕਿਉਂਕਿ ਜਾ ਕੇ ਜਦੋਂ ਤੁਸੀਂ ਦਿੱਲੀੋਂ ਹੀ ਜਾ ਕੇ ਉੱਥੇ ਅਪੁਆਇੰਟਮੈਂਟਾਂ ਬਣਾ ਕੇ ਜਿਹੜਾ ਹੈ ਉਹ ਫੈਸਲੇ ਕਰਵਾਉਣੇ ਨੇ, ਜਾਂ ਉੱਥੇ ਹੀ ਜਾ ਕੇ ਤੁਹਾਡੀਆਂ ਫਾਈਲਾਂ ਦੇ ਪਹੀਏ ਹਿੱਲਣੇ ਨੇ, ਤਾਂ ਤੁਸੀਂ ਰਾਜ ਕੀ ਕਰ ਰਹੇ ਹੋ? ਹਰ ਇੱਕ ਮੰਤਰੀ ਦੇ ਨਾਲ ਜਿਹੜਾ ਵਾ ਉਹਦੇ ਸਲਾਹਕਾਰ ਕਿਹੜੇ ਬੈਠੇ ਹੋਏ ਨੇ? ਪੰਜਾਬੀ ਬੈਠੇ ਹੋਏ ਨੇ। ਦੱਸੋ ਮੈਨੂੰ ਕਿਹੜਾ ਸਲਾਹਕਾਰ ਬਿਠਾਇਆ ਪੰਜਾਬ ਤੋਂ? ਅਸੀਂ ਤਾਂ ਬੋਲਦੇ ਰਹੇ ਹਾਂ, ਬੋਲਾਂਗੇ ਤੇ ਬੋਲਦੇ ਹਾਂ, ਚੁਭਣਾ ਆ, ਤੱਥਾਂ ਦੇ ਆਧਾਰ ਤੇ ਉਹ ਗਲਤ ਨਹੀਂ ਬੋਲ ਰਹੇ। ਨਾ ਭਗਤ ਬਣੇ, ਨਾ ਬਣਨਾ ਤੇ ਨਾ ਬਣ ਦੇਣਾ। ਅਗਲੀ ਕਾਲ ਲੈ ਲੈਣੇ ਜੀ 905 813 1320 905 813 1320। ਉਹ ਜਿਸ ਪਾਰਟੀ ਦੇ ਕੋਲ ਪੰਜਾਬ ਦੇ 5 ਜਿਹੜੇ ਨੇ ਉਹ ਤੁਸੀਂ ਜਿਹੜੇ ਮੈਂਬਰ ਨਹੀਂ ਚੁਣ ਸਕੇ ਆਪਣੇ, ਬਾਕੀ ਰਾਜ ਸਭਾ ਮੈਂਬਰ ਨਹੀਂ ਚੁਣ ਸਕੇ, ਤੁਹਾਡੇ ਕੋਲ 5 ਮੈਂਬਰ ਨਹੀਂ ਹੈਗੇ ਪੰਜਾਬ ਦੇ ਵਿੱਚੋਂ, ਤੁਸੀਂ ਕਰੋਗੇ ਕੀ? ਕਰੋਗੇ ਕੀ ਤੁਸੀਂ? ਗਾਂ ਕੀ ਕਰੋਗੇ ਤੁਸੀਂ? ਕੀ ਤੁਹਾਡੇ ਹੱਕਾਂ ਬਾਰੇ ਬੋਲਣਗੇ ਉਹ? ਦਿੱਲੀ ਦਾ MLA ਚੱਠਾ ਤੁਹਾਡੇ ਹੱਕਾਂ ਬਾਰੇ ਬੋਲੇਗਾ? ਜਦੋਂ ਦਿੱਲੀ ਦੀ ਗੱਲ ਚੱਲੂਗੀ, ਪਾਣੀ ਦੀ ਗੱਲ ਚੱਲੂਗੀ, ਜੈਸਵਾਲ ਦੀ ਨਹਿਰ ਦੀ ਗੱਲ ਚੱਲੂਗੀ, ਤਾਂ ਸ਼ਰੇਆਮ ਕਹਿ ਰਹੇ ਹਰਿਆਣਾ ਦੇ ਵਿੱਚ ਸਾਡੀ ਸਰਕਾਰ ਆ ਗਈ, ਤੁਹਾਨੂੰ ਪਾਣੀ ਦੇਵਾਂਗੇ, ਖੋਹ ਕੇ ਦੇਵਾਂਗੇ। ਜੀ ਜੀ ਜੀ। ਇਹ ਤਾਂ ਪੰਜਾਬ ਦੇ ਹਿੰਦੂ ਨੂੰ ਵੀ ਸੋਚਣਾ ਚਾਹੀਦਾ, ਮੁਸਲਮਾਨ ਨੂੰ ਵੀ ਸੋਚਣਾ ਚਾਹੀਦਾ। ਸਿੱਖ ਤਾਂ ਚਲੋ ਸੋਚਦੇ ਨਹੀਂ, ਉਹਨਾਂ ਨੇ ਤਾਂ ਆਪਣੇ ਧੀਆਂ ਪੁੱਤਾਂ ਦੀ ਜਿਹੜੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਅਜੇ ਤੱਕ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ। ਇੱਕ ਜਿਹੜੇ ਜੋ 25,000 ਲਵਾਰਸ ਲਾਸ਼ਾਂ ਦਾ ਵਾਰਸ ਜਿਹੜਾ ਸੀ, ਉਹਨੂੰ ਕਹਿ ਕੇ 25,000 ਇੱਕ ਅਗਲਿਆਂ ਨੇ ਸ਼ਰੇਆਮ ਜਿਹੜਾ ਸੀ ਉਹ ਚੈਲੰਜ ਕਰਕੇ ਬਿਆਸ ਦਰਿਆ ਦੀ ਨਦੀਆਂ ਦਾ ਮੱਛੀਆਂ ਦਾ ਸ਼ਿਕਾਰ ਬਣਾਇਆ। ਹੈ ਕੋਈ ਸਪਸ਼ਟ? ਹੈ ਕੋਈ ਇਹਨਾਂ ਕੋਲ ਕੋਈ ਜਵਾਬ? ਜੇ ਪੰਜਾਬ ਦੇ ਵਿੱਚ ਭਾਈ ਪੰਜਾਬੀਆਂ ਨੇ ਰਹਿਣਾ ਤੇ ਪੰਜਾਬ ਦੇ ਬਾਰੇ ਸੋਚਣਾ ਪਊ। ਜੇ ਤੁਹਾਡੇ ਫੈਸਲੇ ਪਹਿਲਾਂ ਵੀ ਦਿੱਲੀੋਂ ਹੁੰਦੇ ਸੀ, ਹੁਣ ਵੀ ਹਰ ਗੱਲ ਦਿੱਲੀੋਂ ਤੁਹਾਡੀ ਫਾਈਲ ਹਿੱਲਣੀ ਹੈ, ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਅਗਲੀ ਕਾਲ ਲੈ ਲੈਣੇ ਆਪਾਂ। ਹੈਲੋ ਚਾਵਲਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਮੈਂ ਭੱਟੀ ਸਾਹਿਬ ਨੂੰ ਇੱਕ ਪੁੱਛਣਾ ਸੀ ਵੀ ਇਹ ਜਿਹੜਾ ਇਕਬਾਲ ਸਿੰਘ ਲਾਲਪੁਰਾ, ਇਹ ਪ੍ਰੇਮ ਸਿੰਘ ਲਾਲਪੁਰਾ ਦਾ ਬੇਟਾ ਹੈ ਜੀ? ਨਹੀਂ ਜੀ, ਨਹੀਂ। ਅੱਛਾ, ਤੇ ਦੂਸਰੀ ਚਾਵਲਾ ਸਾਹਿਬ ਜਿਹੜੇ ਤੁਸੀਂ ਉਹ ਗੱਲ ਕਹਿੰਦੇ ਆ ਵੀ ਤੁਹਾਡੇ ਮਗਰੋਂ ਚਰੌਲਾ ਪਾਉਂਦੇ, ਉਹ ਮਾਮੂ ਨੂੰ ਲਿਆਓ ਜੀ, ਉਹ ਬਹੁਤਾ ਗਰਜਦਾ ਸੀ, ਉਹਨੂੰ ਪੁੱਛੋ ਜਰਾ। ਉਹੀ ਆਪੇ ਆ ਜਾਣਗੇ ਜੀ, ਆਪਾਂ ਕਿਹਨੂੰ ਕਹੀ ਕਹਿਣਾ। ਮਾਮੂ ਚੌਲਾ ਸਾਹਿਬ ਉਹ ਗਰਜਦਾ ਸੀ ਬਹੁਤਾ, ਲੋਕਾਂ ਦੇ ਗੱਲ ਪੈਂਦਾ ਸੀ, ਉਹਨੂੰ ਲਿਆਓ ਫੜ ਲੈ। ਚਲੋ ਕੱਲ ਨੂੰ ਲੈ ਆਉਨੇ ਮਾਮੂ ਜੀ। ਮਾਮੂ ਜੇ ਸੁਣਦੇ ਪਏ ਹੋਣ ਤੇ ਹੁਣੇ ਆ ਜਾਣਾ, ਹੁਣੇ ਮੈਸੇਜ ਮਿਲ ਜਾਣਾ ਉਹਨੂੰ, ਹੁਣੇ ਮੈਸੇਜ ਮਿਲ ਜਾਣਾ। ਮਾਮੂ ਜੀ ਆਓ। ਚਲੋ ਕੋਈ ਗੱਲ ਨਹੀਂ, ਮੈਨੂੰ ਨਾ ਨਹੀਂ ਕਿਸੇ ਨੇ ਦੱਸਿਆ, ਪਰ ਚਲੋ ਖੈਰ। ਐਨੀਵੇ ਅਗਲੀ ਕਾਲ। ਹੈਲੋ। ਹਾਂਜੀ ਚਾਵਲਾ ਜੀ ਤੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ। ਜੇ ਹੁਣ ਦੇਖੋ ਲੋਕਾਂ ਨੇ ਇੱਕ ਆਪਸ਼ਨ ਲਿਆ, ਮੈਂ ਕਿਸੇ ਦਾ ਸਪੋਰਟਰ ਨਹੀਂ ਹੈਗਾ, ਨਾ ਆਮ ਆਦਮੀ ਪਾਰਟੀ, ਨਾ ਕਾਂਗਰਸ ਦਾ, ਤੇ ਨਾ ਆਪਣੇ ਜਿਹੜੇ ਆ ਬਾਦਲ ਹੈਗੇ। ਹਾਂਜੀ ਵੱਡੇ ਬਾਦਲ ਸਾਹਿਬ, ਵਟਐਵਰ। ਤੇ ਪਰ ਆਪਣੇ ਕੋਲ ਹੁਣ ਪੰਜਾਬੀਆਂ ਕੋਲ ਆਪਸ਼ਨ ਕੀ ਹੈਗਾ? ਉਹਦਾ ਮੈਨੂੰ ਚਾਹੀਦਾ ਜਵਾਬ ਕਿ ਆਪਣੇ ਕੋਲ ਹੁਣ ਆਪਸ਼ਨ ਕੀ ਹੈਗਾ? ਆਪਣੇ ਕੋਲ ਕੀ ਆਪਸ਼ਨ ਹੈਗਾ? ਕਿ ਇੱਕ ਚੀਜ਼ ਦਾ ਨਾ ਕੋਈ ਸੋਲਿਊਸ਼ਨ ਸੋਚਣਾ ਚਾਹੀਦਾ, ਜਾਂ ਆਪਾਂ ਮਸਲੇ ਤਾਂ ਆਪਾਂ ਸਾਰੇ ਗਿਣਾ ਦਿੰਦੇ ਆ ਕਿ ਇੱਕ ਕਰਕੇ ਆਹ ਮਸਲਾ ਹੈਗਾ, ਬਟ ਉਹਦਾ ਆਪਸ਼ਨ ਆਪਾਂ ਨੂੰ ਹੁਣ ਉਹ ਤਾਂ ਸਰਕਾਰ ਨੇ ਹੱਲ ਕਰਨਾ ਨਾ, ਉਹਦਾ ਆਪਸ਼ਨ ਆਪਣੇ ਕੋਲ ਕੀ ਹੈਗਾ? ਹੁਣ ਉਹ ਤਾਂ ਬੜਾ ਵੱਡਾ ਸਵਾਲ ਹੈ ਵੀਰੇ। ਇਹ ਜਲੇਬੀ ਵਰਗਾ ਸਿੱਧਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ। ਜਿਹੜਾ ਤੁਹਾਡਾ
ਜਿਹੜਾ ਅੱਛਾ ਤੁਹਾਡਾ ਜਿਹੜਾ ਪੰਜਾਬ ਦੇ ਹਿੱਤਾਂ ਵਾਸਤੇ ਲੀਡਰ ਆ ਨਾ, ਜਿਹੜਾ ਉਹਨੂੰ ਇੰਨਾ ਜਲੀਲ ਕੀਤਾ ਜਾਂਦਾ ਜਾਂ ਜਲੀਲ ਕਰ ਦਿੱਤਾ ਜਾਂਦਾ ਨਾ, ਬਿਲਕੁਲ ਜੀ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹਦੀਆਂ ਜੜ੍ਹਾਂ ਵੱਢ ਦਿੱਤੀਆਂ ਜਾਂਦੀਆਂ ਨੇ। ਬਿਲਕੁਲ ਜੀ, ਬਿਲਕੁਲ ਏਦਾਂ ਹੀ ਹੋ ਰਿਹਾ। ਤੇ ਜਦੋਂ ਤੱਕ ਦਿੱਲੀ ਦਾ ਕੰਟਰੋਲ ਹੈ ਨਾ ਪੰਜਾਬ ਤੇ ਜਾਂ ਕਿਸੇ ਹੋਰ ਸਟੇਟ ਤੇ ਉਦੋਂ ਤੱਕ ਹੰਬ ਜਾਂਦਾ ਆਖਰ ਬਹਿ ਜਾਂਦਾ, ਫਿਰ ਹੰਬ ਜਾਂਦਾ। ਉਹਦੇ ਧੀਆਂ ਪੁੱਤ, ਉਹਦੇ ਆਸੇ ਪਾਸੇ, ਉਹਦੇ ਦੋਸਤ ਮਿੱਤਰ, ਜਿਹੜੇ ਨਾ ਉਹ ਕੁਤਰ ਦਿੱਤੇ ਜਾਂਦੇ। ਮਤਲਬ ਇੰਨੇ ਅਗਲਿਆਂ ਨੇ ਸ਼ਰੇਆਮ ਕਿਹਾ ਸੀ ਕਿ ਤੁਹਾਡੀ ਇਹੀ ਜਨਰੇਸ਼ਨ ਨੂੰ ਚੇਂਜ ਕਰਨਾ, ਤੇ ਕਰਦੇ ਪਏ ਉਹ। ਕਰਦੇ ਹੀ। ਖਾਲੜਾ ਸਾਹਿਬ ਨਾਲ ਕੀ ਹੋਇਆ ਸੀਗਾ ਦੇਖੋ, ਜਦੋਂ ਇਹ ਗੱਲ ਬੋਲਦੇ ਆ ਕਈਆਂ ਨੂੰ ਚੁੱਭਦੀ ਆ। ਅਗਲੇ ਨੇ ਕਿਹਾ ਸੀ ਕਿ ਕਰਨੀ ਆ, ਕਰਦੇ ਪਏ ਨੇ, ਹੋ ਗਿਆ। ਅੱਜ ਤੁਸੀਂ ਮਤਲਬ ਅੱਜ ਤੁਸੀਂ ਕਿਸੇ ਚੰਗੇ ਕੇਸਾਧਾਰੀ ਗੁਰਮੁਖ ਪਿਆਰੇ ਕੋਲ ਬਹਿ ਕੇ ਵੇਖ ਲਓ, ਉਹ ਛੱਡ ਯਾਰ ਕੀ ਲੈਣਾ। ਭੱਟੀ ਸਾਹਿਬ ਠੀਕ ਹੈ ਜੀ, ਆਪਣਾ ਆਪਸ਼ਨ ਦਿਓ ਆਪਾਂ। ਬਿਲਕੁਲ ਜੀ, ਮੇਰਾ ਆਪਸ਼ਨ ਜਿਹੜਾ ਵਾ ਅਜੇ ਅਸੀਂ ਉਸ ਤੱਕ ਪੁੱਜੇ ਨਹੀਂ ਗਏ। ਜਦੋਂ ਪੁੱਜ ਗਏ ਨਾ ਸਾਡੇ ਰਾਹ ਤੇ ਨਿਕਲ ਆਉਣੇ ਆ, ਉਹ ਕਿੱਥੇ ਪੁੱਜਣ ਦੀ ਗੱਲ ਆ। ਖੁਆਰ ਐਸਾ ਮਿਲੇਗੇ ਬੱਚੇ ਸ਼ਰਨ ਜੋ ਹੋਏ, ਕਿਆ ਬਾਤ। ਉਹ ਕਿਹੜੇ ਨੇ? ਅਜੇ ਅਸੀਂ ਚਮਚੇ ਬਣੇ ਪਏ, ਕਦੀ ਕਿਸੇ ਤੇ ਕਦੀ ਕਿਸੇ ਤੇ। ਮੈਂ ਕਹਿੰਦਾ ਗੁਆਂਢੀ ਮਰ ਜੇ ਮੈਂ ਜਿੰਦਾ ਰਵਾਂ, ਜੀ ਇਜਾਜ਼ਤ ਮੈਨੂੰ ਮਿਲ ਜੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਜਦੋਂ ਸਾਡੇ ਚ ਆ ਗਈ ਨਾ ਵੀ ਨਾ ਅਸੀਂ ਸਾਰੇ ਇਕੱਠੇ ਆ, ਇਹ ਮਰ ਗਿਆ ਤੇ ਮੈਂ ਮਰ ਗਿਆ, ਫੇਰ ਅਸੀਂ ਕੁਛ ਨਾ ਕੁਛ ਕਰ ਸਕਾਂਗੇ। ਅਜੇ ਸਾਨੂੰ ਇਸੇ ਤਰ੍ਹਾਂ ਜਿਹੜੇ ਲੀਡਰ ਨੇ ਨਾ, ਉਹ ਫੁੱਲੀਆਂ ਪਾਉਂਦੇ ਰਹਿੰਦੇ, ਅਸੀਂ ਖਾਂਦੇ ਰਵਾਂਗੇ। ਅਸੀਂ ਇੱਕ ਨਾਅਰਾ ਦਿੱਤਾ ਸੀਗਾ ਅੱਜ ਤੋਂ 2 ਸਾਲ ਪਹਿਲਾਂ, 3 ਸਾਲ ਪਹਿਲਾਂ, ਚਿੱਟੇ ਬਗਲੇ ਨੀਲੇ ਮੋਰ, ਉਹ ਵੀ ਚੋਰ ਤੇ ਉਹ ਵੀ ਚੋਰ, ਲੱਭੋ ਵੀ ਤੀਜਾ ਹੋਰ। ਜੇ ਤੀਜਾ ਲੱਭਿਆ ਵਾ ਉਹ ਤੁਹਾਡੇ ਸਾਹਮਣੇ ਕੀ ਹੋਣ ਡਿਆ। ਤੁਹਾਡੇ ਪੰਜਾਬ ਦੇ ਵਿੱਚ ਜਿਹੜੀਆਂ ਜੌਬਸ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਬਾਰੇ ਅਨਾਉਂਸਮੈਂਟ ਹੋ ਰਹੀ ਹੈ, ਕੀ 100% ਉਹ ਪੰਜਾਬੀਆਂ ਦਾ ਹੱਕ ਹੈ? ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ। ਹਿਮਾਚਲ ਦੇ ਵਿੱਚ ਜਾ ਕੇ ਤੁਸੀਂ ਰਹਿਣ ਵਾਸਤੇ ਜਗ੍ਹਾ ਨਹੀਂ ਖਰੀਦ ਸਕਦੇ, ਖੇਤੀਬਾੜੀ ਵਾਸਤੇ ਜਗ੍ਹਾ ਨਹੀਂ ਖਰੀਦ ਸਕਦੇ। ਗੈਰ ਪੰਜਾਬੀ, ਗੈਰ ਹਿਮਾਚਲ ਦਾ ਉੱਥੇ ਰਹਿਣ ਵਾਲਾ ਪੰਜਾਬ ਦੇ ਵਿੱਚ ਆ ਕੇ ਉਹਨਾਂ ਲੋਕਾਂ ਨੂੰ, ਜੇਕਰ ਮਤਲਬ ਅਸੀਂ ਕਹੀਏ ਪੰਥ ਸਰਕਾਰ ਦੀ ਵੀ ਖੁਲਾਸਾ ਹੋਇਆ, ਜੋਬਾਂ ਦਿੱਤੀਆਂ ਗਈਆਂ ਨੇ, ਪੁਲਿਸ ਦੇ ਵਿੱਚ ਭਰਤੀ ਕੀਤੇ ਗਏ ਨੇ, ਕੀ ਕਿਧਰੇ ਅੱਜ ਵੀ ਇਹੋ ਜਿਹੇ ਚੰਨ ਤੇ ਨਹੀਂ ਚਾੜੇ ਜਾ ਰਹੇ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਵਿੱਚ ਕੋਈ ਦੋ ਰਵਾਂ ਨਹੀਂ ਹੈਗਾ। ਮਾਨਸਾ ਜੀ ਨਿਯੁਕਤੀ ਪੱਤਰ ਵੰਡੇ, ਉਹ 40% ਬਾਹਰ ਦੇ। ਤੁਸੀਂ ਕਹਿ ਅਖਬਾਰ ਚ ਆ ਚੁੱਕਾ, ਚੈਲੰਜ ਕਰ ਰਹੇ ਹੋ, ਤੇ ਫਿਰ ਇਹਦੋਂ ਬਾਅਦ ਹੁਣ ਬਦਲਾਅ ਕੀ ਆ? ਗੁਰਦੀਪ ਸਿੰਘ ਮਾਮੂ ਸਾਹਿਬ ਹਾਜ਼ਰ ਹੋ। ਠੀਕ ਹੈ, ਤੁਸੀਂ ਸਾਡਾ ਮੂੰਹ ਮਿੱਠਾ ਕਰਵਾ ਕੇ ਗਏ ਹੋ। ਫਸਟ ਟਾਈਮ ਕਿਸੇ ਲੀਡਰ ਨੇ, ਪਾਰਟੀ ਦੇ ਨੇ, ਆਮ ਆਦਮੀ ਪਾਰਟੀ ਪਰ ਅਗਲਾ ਪੰਜਾਬ ਦਾ ਮੂੰਹ ਮਿੱਠਾ ਕਰਵਾਇਆ। ਪਰ ਮੂੰਹ ਮਿੱਠਾ ਕਰਵਾ ਲਿਆ। ਮੈਂ ਉਧਰ ਹੀ ਕਿਹਾ ਸੀਗਾ ਵੀ ਗੱਲ ਜਿੱਥੇ ਸੱਚੀ ਹੋਊਗੀ ਕਰਾਂਗੇ। 25 ਸਾਲ ਦਾ ਸਫ਼ਰ ਹੈ, ਸੱਚੀ ਹੋਊ ਕਰਾਂਗੇ ਤੇ ਕਰਦੇ ਰਹਿਣਾ ਵੀ ਆ। ਜਿਸ ਪਾਰਟੀ ਕੋ 5 ਹਾਂਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਜੀ, ਬਰਬਾਦੀ ਦੀ ਗੱਲ ਕੀਤੀ ਹੈ, ਜਿਹੜੀ ਕੱਲ 45 ਜਥੇਬੰਦੀਆਂ ਦੀ ਜਥੇਦਾਰ ਅਕਾਲ ਤਖਤ ਨੇ ਬਕਾਇਦਾ ਤੌਰ ਤੇ ਮੀਟਿੰਗ ਕੀਤੀ, ਉਹਦੇ ਵਿੱਚ ਕੀ ਕਹਿੰਦੇ ਆਪਾਂ ਇੱਕ ਕਾਲ ਹੋਰ ਲੈ ਲਈਏ, ਫਿਰ ਨਸਲਾਂ ਤੇ ਫਸਲਾਂ ਦੀ ਗੱਲ ਕਰਦੇ ਆ। ਸਾਡੇ ਫਿਰ ਜਥੇਦਾਰ ਵੀ ਦੁੱਧ ਧੋਤੇ ਹੋਣ ਤਾਂ ਫੇਰ ਹੀ ਗੱਲ ਇਹਨਾਂ ਦੀ ਕਰਨੀ ਚੰਗੇ ਲੱਗਦੇ ਆ ਨਾ। ਆਪਾਂ ਕਾਲ ਲੈ ਲਈਏ ਜੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ ਭੱਟੀ ਸਾਹਿਬ। ਅੱਛਾ, ਮੈਂ ਤਾਂ ਅੱਜ ਤੁਹਾਡੀ ਡਿਸਕਸ਼ਨ ਸੁਣਦਾ ਪਿਆ ਤੇ ਮੈਂ ਬੜਾ ਆਨੰਦ ਲੈ ਰਿਹਾ ਸੀ ਜੀ ਜੀ। ਤੇ ਮੈਂ ਸਿਰਫ ਭੱਟੀ ਸਾਹਿਬ ਇੱਕੋ ਚੀਜ਼ ਪੁੱਛਣੀ ਹੈ, ਬਸ ਇੱਕ ਲਫ਼ਜ਼ ਕਹਿ ਦਿਓ ਹਾਂਜੀ ਜਾਂ ਨਾ ਜੀ, ਕਿ ਤੁਹਾਨੂੰ 2 ਮਹੀਨੇ ਦੇ ਵਿੱਚ ਜਿਹੜੀ ਹੁਣ ਆਪਾਂ ਨੇ ਪੰਜਾਬ ਨੇ ਵਰਡਿਕਟ ਦਿੱਤਾ ਹੈ, ਵਰਡਿਕਟ ਸਾਰੇ ਤਾਂ ਨਹੀਂ ਗਲਤ ਹੋ ਸਕਦੇ, ਕੋਈ ਗਲਤ ਵਿੱਚ ਵੀ ਠੀਕ ਵੀ ਹੋਏਗਾ, ਕਿ ਤੁਹਾਨੂੰ ਥੋੜਾ ਪਹਿਲਾਂ ਨਾਲੋਂ ਥੋੜਾ ਬਹੁਤਾ ਮੈਂ ਕਿਹਾ ਫਰਕ ਲੱਗਾ ਕਿ ਨਹੀਂ ਲੱਗਾ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਨਾ ਜੀ। ਨਹੀਂ, ਜ਼ਿਆਦਾ ਲੰਮੇ ਨਹੀਂ, ਸਿਰਫ ਸਾਡਾ ਲੰਮਾ ਹੋ ਜਾਣਾ। ਹਾਂਜੀ ਜਾਂ ਨਾ ਜੀ, ਥੋੜਾ ਬਹੁਤਾ ਫਰਕ ਲੱਗਾ। ਮੈਂ ਤਾਂ ਜਵਾਬ ਦੇਣ ਲੱਗਾ ਜੀ। ਤੇ ਉਦੋਂ ਘੱਟੋ ਘੱਟ 1 ਮਹੀਨਾ ਪੰਜਾਬ ਦੇ ਵਿੱਚ ਨਸ਼ੇ ਦੇ ਸਮਗਲਰ ਸੀ ਬਾਹਰ ਚਲੇ ਗਏ। ਜਿਹੜੀ ਪੂਰੀ 400 ਦੀ ਮਿਲਦੀ ਸੀ, ਉਹ 4000 ਦੀ ਹੁੰਦੀ ਸੀ। ਉੱਥੋਂ ਫਿਰ ਜਿਹੜੇ ਸਿੰਥੈਟਿਕ ਡਰੱਗ ਉੱਥੋਂ ਪੈਦਾ ਹੋਈਆਂ। ਉਹ ਫਿਰ ਤੁਹਾਨੂੰ ਪਤਾ ਨਹੀਂ, ਜਿਹਨਾਂ ਨੇ ਨਸ਼ੇ ਲੈਣੇ ਨਾ ਸਾਹਿਬ, ਮੈਂ ਆਇਆ ਉੱਥੋਂ, ਮੈਨੂੰ ਪੁੱਛ ਲਓ। ਹਾਂ, ਹੁਣ ਅਗਲੀ ਗੱਲ ਕਰ ਜਿਹੜੀ ਤੁਸੀਂ ਗੱਲ ਕੀਤੀ ਹੈ,
ਤੁਹਾਡੀ ਗੱਲ ਠੀਕ ਹੈ, 2 ਮਹੀਨੇ ਹੋਏ। ਮੈਂ ਤੁਹਾਡੀ ਗੱਲ ਮੰਨਦਾ ਵੀ ਕੁਛ ਥੋੜਾ ਜਿਹਾ ਫਰਕ ਲੱਗਾ ਜ਼ਰੂਰ ਹੈ। ਕਰਪਸ਼ਨ ਨੂੰ ਲੈ ਲਓ ਜਾਂ ਕਿਸੇ ਹੋਰ ਲੈ ਲਓ, ਫਰਕ ਲੱਗਾ ਵਾ, ਪਰ ਮਹਿੰਗੀ ਹੋ ਗਈ। ਉਹ ਚੀਜ਼ ਨਹੀਂ ਬਣੀ ਜਿਹੜੀ ਗੱਲ ਬਣਨੀ ਚਾਹੀਦੀ। ਮਹਿੰਗੀ ਹੋ ਗਈ ਕਰਪਸ਼ਨ, ਰੇਟ ਮਹਿੰਗੀ ਹੋ ਗਈ, ਮਹਿੰਗੀ ਹੋ ਗਈ ਕਰਪਸ਼ਨ ਮਹਿੰਗੀ ਹੋ ਗਈ। ਪੱਟੀ ਸਾਹਿਬ ਅਸਲੀ ਸਵਾਲ ਮੇਰਾ, ਅਸਲੀ ਸਵਾਲ ਪੱਟੀ ਸਾਹਿਬ, ਅਸਲੀ ਸਵਾਲ ਦੇਖੋ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਥਾਪਿਆ ਖਾਲਸੇ ਦਾ, ਉਹਨਾਂ ਨੇ ਬੜੀ ਲੰਮੀ ਸੋਚ ਸੀ ਤੇ ਹਰ ਬੰਦੇ ਨੇ ਜਿਹੜਾ ਧਰਮ ਦੇ ਵਿੱਚ ਜਿਹੜਾ ਵੀ ਮਾੜਾ ਮਾੜਾ ਜਾਣਦਾ ਬੜੀ ਐਪਰੀਸ਼ੀਏਸ਼ਨ ਕਰਦਾ ਹੈ ਵੀ ਜਿਹੜਾ ਅੱਗੋਂ ਗੁਰੂ ਡੰਮ ਸੀ ਖਤਮ ਕਰ ਦਿੱਤਾ ਜੀ। ਇਹ ਗੁਰੂ ਡੰਮ ਦਾ ਖਤਮ ਹੋਣਾ ਉਹ ਤਾਂ ਕਰ ਗਏ, ਜਿਹੜੇ ਪਹਿਲੇ ਸੀ ਥੋੜਾ ਬਹੁਤਾ ਸਮਝਦੇ ਰਹੇ, ਮੁੜ ਕੇ ਸੰਤਾਂ ਤੇ ਭਗਤਾਂ ਦੀ ਇਹੋ ਜਿਹੇ ਉੱਠੇ ਜਿਹੜੇ ਨਾਲ ਜੋੜਦੇ ਸੀ। ਉਹਨੂੰ SGPC ਨੇ ਇੰਨਾ ਬੂਸਟਰ ਦਿੱਤਾ ਕਿ ਇਸ ਵੇਲੇ SGP ਦੇ ਉੱਤੇ ਵੀ ਸੰਤ ਸਮਾਜ ਹੈਵੀ ਹੈ। ਤੇ ਦੱਸੋ ਸਿੱਖ ਪਰੰਪਰਾਵਾਂ ਜੋ ਕਿੱਥੇ ਜਾਣਗੀਆਂ, ਜਿਹੜੇ ਕਿ ਬਿਲਕੁਲ ਗੁਰੂ ਗੋਬਿੰਦ ਸਿੰਘ ਦੇ ਵਾਰਸ। ਵਿਰਕ ਸਾਹਿਬ ਤੁਸੀਂ ਬਹੁਤ ਇੰਟੈਲੀਜੈਂਟ, ਬੜੇ ਸੂਝਵਾਨ, ਮੇਰੇ ਨਾਲ ਉਮਰ ਦੇ ਵਿੱਚ ਮੇਰੇ ਖਿਆਲ 'ਚ 1.5 ਗੁਣਾ ਮੈਂ ਤੁਹਾਡੇ ਨਾਲ ਛੋਟਾ ਹੋਊਂਗਾ ਉਮਰ ਦੇ ਵਿੱਚ ਵੀ, ਪਰ ਤੁਸੀਂ ਕਿੱਥੋਂ ਦਾ ਕਿੱਥੇ ਚਲ ਗਏ ਹੋ। ਕਿੱਥੇ ਮੌਜੂਦਾ ਸਰਕਾਰ ਤੇ ਕਿੱਥੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਤੇ ਕਿੱਥੇ ਗੁਰੂ ਗ੍ਰੰਥ ਸਾਹਿਬ ਤੇ ਕਿੱਥੇ ਅੰਗਰੇਜ਼ਾਂ ਨੇ ਤੁਹਾਡੀ ਨਸਲ ਨੂੰ ਬਰਬਾਦ ਕਰਨ ਵਾਸਤੇ ਤੁਹਾਡਾ ਦੋਹਰਾ ਬੰਦ ਕੀਤਾ ਹੋਇਆ। ਇਹ ਤਾਂ ਜਿਹੜਾ ਸੰਤ ਸਮਾਜ ਦਾ ਤੁਸੀਂ ਕਹਿ ਰਹੇ ਆ ਸੋ ਕਾਲ ਜਿਹੜੀ ਚਿੱਟੀ ਸਿਉਂਕ ਦੀ ਤੁਸੀਂ ਗੱਲ ਕਰ ਰਹੇ ਹੋ, ਤੇ ਅੰਗਰੇਜ਼ਾਂ ਦੀ ਦਿੱਤੀ ਹੋਈ ਦੇਣ ਹੈ, ਇਹ ਵਧੇ ਫੁੱਲੇ ਉਹਦੇ ਵਿੱਚ ਵਾ। ਤੇ ਰਹਿ ਗਈ ਗੱਲ ਮਾੜੀ ਮੋਟੀ ਜਿਹੜੀ ਤੁਸੀਂ ਉੱਤੇ ਕਹਿ ਰਹੇ ਹੋ ਕਿ ਠੀਕ ਹੈ ਇਹਦੇ ਤੇ ਉਹ ਜਿਹੜੀ ਆ ਮਾੜੀ ਮੋਟੀ ਜਿਹੜੀ ਕਹਿ ਲਓ ਕਿ ਇਹਨੂੰ ਜਿਹੜਾ ਖੁਰਾਕ ਦਿੱਤੀ ਆ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਐਲੀਗੇਸ਼ਨ ਲਾ ਰਹੇ ਹੋ, ਦਿੱਤੀ ਹੋ ਸਕਦੀ ਹੈ, ਪਰ ਕਿੱਥੇ ਚਲ ਗਈ ਸਵਾਲ। 60% ਪ੍ਰੂਫ ਨੇ, ਮੈਂ ਕਹਿੰਦਾ ਪ੍ਰੂਫ ਨੇ, ਪਰ ਸਵਾਲ ਤੁਸੀਂ ਕਿੱਧਰ ਚਲ ਗਏ, ਕਿੱਥੋਂ ਦਾ ਕਿੱਥੇ ਚਲ ਗਏ, ਮੈਨੂੰ ਸਮਝ ਨਹੀਂ ਲੱਗੀ ਕੋਈ। ਚਾਵਲਾ ਸਾਹਿਬ ਜਿਹੜੇ ਤੁਸੀਂ ਵੈਸੇ ਟੋਕਣਾ, ਸਵਾਲ ਮੇਰਾ ਇੱਕ ਸਿੱਧਾ ਹੀ ਹੈ ਵੀ ਜਿਹੜਾ SGPC ਬਣਾਈ ਸੀ ਸਿੱਖ ਕੌਮ ਨੂੰ ਸੰਭਾਲਣ ਵਾਸਤੇ, ਉਸਨੇ ਸੰਭਾਲਣ ਜਗ੍ਹਾ ਤੁਸੀਂ ਇਹਨੂੰ ਏਦਾਂ ਕਹਿੰਦੇ ਸ਼ੁਰੂ ਕਰ ਦਿੱਤਾ, ਵਿਰਕ ਸਾਹਿਬ। ਤੁਸੀਂ ਵਿਰਕ ਸਾਹਿਬ ਏਦਾਂ ਕਹਿੰਦੇ ਕਿ ਮੇਰਾ ਸੈਕੰਡ ਕੁਐਸਚਨ ਹੈ, ਮੈਂ ਸੈਕੰਡ ਕੁਐਸਚਨ ਲੈ ਕੇ ਤੁਰਿਆ। ਮੈਂ ਤੁਹਾਨੂੰ ਕਿਹਾ ਸੀ ਉਹ ਤੇ ਮੇਰਾ ਐਵੇਂ ਯੈਸ ਔਰ ਨੋ ਹੈ, ਪਰ ਤੁਸੀਂ ਇਹ ਨਹੀਂ ਕਿਹਾ ਕਿ ਮੇਰਾ ਸੈਕੰਡ ਕੁਐਸਚਨ ਹੈ। ਪਲੀਜ਼ ਲਿਸਨ ਟੂ ਮੀ। ਮੈਨੂੰ ਲੱਗਦਾ ਸੀ ਤੁਸੀਂ ਟੋਕਨ ਦੇ ਮਾਰੇ ਹੋਏ ਵੀ ਤੁਸੀਂ ਕਿੱਥੇ ਪਹੁੰਚ ਗਏ। ਨਹੀਂ ਤੁਸੀਂ ਮੈਂ ਹੁਣ ਤੁਹਾਨੂੰ ਅੱਜ ਨਹੀਂ ਕੱਟਣਾ, ਤੁਸੀਂ ਉੱਚਾ ਨਾ ਬੋਲੋ, ਮੈਂ ਵੀ ਉੱਚਾ ਬੋਲ ਸਕਦਾ, ਥੋੜਾ ਕੂਲ ਰਵੋ, ਮੈਂ ਛੁੱਟੀ ਕੱਟ ਕੇ ਆਇਆ। ਤੁਸੀਂ ਸੈਕੰਡ ਕੁਐਸਚਨ ਨਹੀਂ ਕਿਹਾ। ਚਾਵਲਾ ਸਾਹਿਬ ਮੈਂ ਕੂਲ ਆ, ਮੈਂ ਕੋਈ ਗਲਤ ਲਫ਼ਜ਼ ਨਹੀਂ ਕਿਹਾ ਨਾ ਕੋਈ। ਪੱਟੀ ਸਾਹਿਬ ਇਹਨਾਂ ਨੇ ਕਿਹਾ ਸੈਕੰਡ ਕੁਐਸਚਨ। ਮੇਰੇ ਸਾਹਿਬ ਮੈਂ ਤਾਂ ਜਵਾਬ ਦੇਣਾ। ਜਿਹੜੀ ਗੱਲ ਤੁਸੀਂ ਕਹੀ ਆ ਬਿਲਕੁਲ ਦਰੁਸਤ ਕਹੀ ਹੈ, ਮੈਂ ਤੁਹਾਡੇ ਨਾਲ 100% ਸਹਿਮਤ। ਤੁਸੀਂ ਹੋ ਸਕਦੇ, ਮੈਂ ਨਹੀਂ ਹੋ ਸਕਦਾ, ਕਿਉਂਕਿ ਮੈਨੂੰ ਇੰਜ ਲੱਗਾ ਕਿ ਇਸ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਨਾਲ ਮੈਂ ਤੇ ਜੁੱਤੀ ਤੇ ਸਮਝਦਾ। ਜਿਹੜੀ ਸਰਕਾਰ ਨੂੰ ਚਾਹੁੰਦਾ ਮੈਂ ਉੱਥੇ ਖਤਮ ਕਰਤਾ। ਨਹੀਂ ਤੁਸੀਂ ਸੈਕੰਡ ਕੁਐਸਚਨ ਨਹੀਂ ਕਿਹਾ। ਕਿੱਥੇ ਉਹਦੇ ਤੇ ਐਲੀਗੇਸ਼ਨ ਲੱਗਦਾ ਸ਼ਰਾਬੀ ਕਬਾਬੀ ਦਿਸ ਐਂਡ ਦੈਟ, ਮੁੱਖ ਮੰਤਰੀ ਬਣ ਗਿਆ ਹੂ ਕੇਅਰ ਮੁੱਖ ਮੰਤਰੀ ਬਣ ਗਿਆ, ਪਰ ਕਿੱਥੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ, ਕਿੱਥੇ ਮਤਲਬ ਆ ਜਿਹੜਾ ਇੱਕ ਪਤਾ ਨਹੀਂ ਕੱਲ ਨੂੰ ਇਹਨੇ ਪਰਸੋਂ ਨੂੰ ਚੌਥ ਨੂੰ ਕੀ ਚੰਨ ਚਾੜਨੇ, ਕੀ ਕਰੀ ਜਾਂਦੇ ਹੋ ਤੁਸੀਂ ਦੂਜਾ ਕੁਐਸਚਨ ਕਿਹਾ ਹੀ ਨਹੀਂ ਆ। ਮੇਰੇ ਨਾਲ ਕਾਲਰ ਇੱਕ ਹੋਰ ਨੇ, ਜੇ ਤੁਸੀਂ ਦੂਜਾ ਕੁਐਸਚਨ ਕਿਹਾ ਤੇ ਮੈਂ ਤੁਹਾਡਾ ਗੁਲਾਮ ਹੋ ਜਾਣਾ, ਮੈਂ ਕਦੀ ਗੱਲ ਹੀ ਨਹੀਂ ਕਰਾਂਗਾ ਤੁਹਾਡੇ ਅੱਗੇ। ਪੱਟੀ ਸਾਹਿਬ ਇਹਨਾਂ ਨੇ ਦੂਜਾ ਕੁਐਸਚਨ ਨਹੀਂ ਕਿਹਾ, ਸੈਕੰਡ ਕੁਐਸਚਨ ਨਹੀਂ ਕਿਹਾ, ਇਹਨਾਂ ਨੇ ਰਲ ਗੱਲ ਕੀਤੀ ਆ ਗੱਲ। ਦੂਜਾ ਕੁਐਸਚਨ ਨਹੀਂ ਕਿਹਾ, ਚੱਲ ਠੀਕ ਹੈ। ਤੁਸੀਂ ਦੂਜਾ ਕੁਐਸਚਨ ਕਹੋ, ਤੁਸੀਂ ਇਸ ਮੈਂ ਕਹਿੰਦਾ, ਮੈਂ ਕੱਲ ਕਹਿੰਦਾ, ਪਰਸੋਂ ਕਹਿੰਦਾ, ਇਹਦੇ ਤੇ ਐਲੀਗੇਸ਼ਨ ਰੱਖਦੇ, ਕਿਵੇਂ ਅਸੀਂ ਤੁਲਨਾ ਕਰ ਸਕਦੇ ਹਾਂ ਸਰਕਾਰ ਦੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਨਾਲ? ਜੁੱਤੀ ਦੀ ਨੋਕ ਤੇ ਆ, ਜਿੱਥੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ, ਇਹ ਸਰਕਾਰ ਜੁੱਤੀ ਦੀ ਨੋਕ ਤੇ ਆ। ਹੋਰ ਸੁਣਾਓ, ਗੱਲ ਤਾਂ ਕਰੋ। ਤੁਸੀਂ ਗੱਲ ਐਡੇ ਸੀਨੀਅਰ ਹੋ, ਐਡੇ ਸੂਝਵਾਨ ਹੋ, ਸੈਕੰਡ ਕੁਐਸਚਨ ਤੁਸੀਂ ਨਹੀਂ ਕਿਹਾ। ਸੈਕੰਡ ਕੁਐਸਚਨ ਪੈਰਾਗ੍ਰਾਫ ਦੇ ਵਿੱਚ ਤੁਸੀਂ ਕੋਮਾ ਪਾ ਕੇ ਕੁਐਸਚਨ ਬਦਲਦੇ ਹੋ, ਮੈਂ ਜਵਾਬ ਦਿਆਂ ਇੱਥੇ, ਤੁਸੀਂ ਮੁੜ ਕੇ ਮੇਰੇ ਨਾਲ ਫੇਰ ਬੈਸਣਾ, ਪਰ ਤੁਸੀਂ ਸੈਕੰਡ ਕੁਐਸਚਨ ਨਹੀਂ ਕਿਹਾ। ਤੁਸੀਂ ਅਗਲੇ ਤੇ ਐਲੀਗੇਸ਼ਨ ਲਾਉਂਦੇ ਹੋ ਕਿ ਮੈਂ ਤੁਹਾਨੂੰ ਕੱਟਣਾ, ਮੈਂ ਨਹੀਂ ਕੱਟੂੰਗਾ ਤੁਹਾਨੂੰ, ਪਰ ਹੋਲਡ ਕਰੂੰਗਾ, ਕਿਉਂਕਿ ਮੈਂ ਇਸ ਪ੍ਰੋਗਰਾਮ ਜ਼ਿੰਮੇਵਾਰ ਬੰਦਾ ਬੈਠਾ ਹੋਇਆ, ਮੈਂ ਜਵਾਬ ਦਿਆਂ। ਕਾਲਰ ਨੇ ਮੇਰੇ ਨਾਲ, ਤੁਸੀਂ ਸੈਕੰਡ ਕੁਐਸਚਨ ਨਹੀਂ ਕਿਹਾ। ਤੁਸੀਂ ਕਿਵੇਂ ਰਲਗੜ ਕਰ ਸਕਦੇ ਹੋ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਨਾਲ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਵੀ ਕ੍ਰਿਟੀਸਾਈਜ਼ ਕਰਦੇ ਹਾਂ, ਠੀਕ ਹੈ,
ਸੰਤ ਸਮਾਜ ਮੈਂ ਤੁਸੀਂ ਤੇ ਰੋਗੇ ਮੈਂ ਚਿੱਟੀ ਸਿਉਂ ਕਹਿ ਦਿੰਨਾ ਪੰਥ ਨੂੰ ਲੱਗੀ ਹੋਈ। ਹਾਂਜੀ ਨੈਕਸਟ ਕਾਲ ਪਲੀਜ਼। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਚਾਵਲਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਾਵਲਾ ਜੀ ਇਹਨਾਂ ਨੇ ਸੈਕਿੰਡ ਕੁਐਸਚਨ ਨਹੀਂ ਕਿਹਾ, ਇਹਨਾਂ ਨੇ ਕਿਹਾ ਸੀ ਹੁਣ ਮੇਰਾ ਇਹਦੇ ਨਾਲ ਅਸਲੀ ਕੁਐਸਚਨ ਏਦਾਂ ਗਿਆ ਸੀ, ਇਹਨਾਂ ਨੇ ਇਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ। ਮੈਂ ਤਾਂ ਇਹ ਕਹਾਂਗਾ ਸਾਡੇ ਸਮਾਜ ਦਾ ਕਹੂੰਗਾ ਮੈਂ, ਕਿਉਂਕਿ ਸਮਾਜਿਕ ਗੱਲਾਂ ਹੋ ਰਹੀਆਂ ਨੇ, ਪੰਜਾਬੀਆਂ ਦੀਆਂ ਗੱਲਾਂ ਹੋ ਰਹੀਆਂ, ਸਿੱਖਾਂ ਦੀਆਂ ਗੱਲਾਂ ਨਹੀਂ ਹੋ ਰਹੀਆਂ। ਇੱਕ ਤਾਂ ਸਾਡਾ ਜਿਹੜਾ ਬੁੱਧੀਜੀਵੀ ਵਰਗ ਹੈ ਨਾ ਸੋਗਾਲਡ, ਉਹ ਸਟੀਕ ਨਹੀਂ ਹੈਗਾ, ਉਹ ਵੀ ਰਲਗਾਡੀ ਆ। ਮਤਲਬ ਕਿ ਇੱਕ ਗੱਲ ਕਰਦੇ ਨਾ, ਪਤਾ ਨਹੀਂ ਸਾਡੇ ਬਿਰਤੀ ਹੋ ਗਈ ਆ, ਵੀ ਆਰ ਨਾਟ ਲੌਜੀਕਲ ਇਨ ਥਿੰਕਿੰਗ, ਵੀ ਆਰ ਨਾਟ ਲੌਜੀਕਲ ਇਨ ਸੇਇੰਗ ਐਨੀਥਿੰਗ। ਗੱਲ ਕਿਥੇ ਦੀ ਕਿਥੇ, ਗੱਲ ਕਿੱਥੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ, ਕਿੱਥੇ ਭਗਵੰਤ ਮਾਨ ਕੱਲ ਡਿੱਗਦਾ ਫਿਰਦਾ ਸੀਗਾ, ਪਰਸੋਂ ਸੜਕਾਂ ਤੇ ਰੁਲਦਾ ਫਿਰਦਾ ਸੀਗਾ, ਅੱਜ ਮੁੱਖ ਮੰਤਰੀ ਬਣ ਗਿਆ। ਯਾਰ ਕਿਤੇ ਨਾ ਕਿਤੇ ਤਾਂ ਅਸੀਂ ਸਟੈਂਡ ਕਰੀਏ। ਕਿਉਂ ਪੱਟੀ ਸਾਹਿਬ ਮੁੱਦਾ ਪੰਜਾਬ ਤੇ ਹਿਮਾਚਲ ਦਾ ਕਰ ਰਹੇ ਹੋ, ਕਿੱਥੇ ਕਿਆ ਕਹਿੰਦੇ ਆ ਧਾਰਮਿਕ ਮੁੱਦਾ ਬਣਾ ਦਿੱਤਾ। ਪੰਜਾਬ ਤੇ ਹਿਮਾਚਲ ਦੇ ਨੌਕਰੀਆਂ ਦੀ ਗੱਲ ਹੋ ਰਹੀ ਆ, ਦਿੱਲੀ ਦੇ ਗਲਬੇ ਦੀ ਪੰਜਾਬ ਦੇ ਉੱਤੇ ਗੱਲ ਹੋ ਰਹੀ ਆ, ਨਾ ਕਿ ਸਿੱਖਾਂ ਦੇ ਉੱਤੇ ਹਿੰਦੂਆਂ ਦੇ ਹਮਲੇ ਦੀ ਹੋ ਰਹੀ ਆ ਜਾਂ ਕਿਤੇ ਨਵੇਂ। ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ। ਸਵਾਲ ਸਾਰੇ ਰਹਿ ਜਾਂਦੇ ਨੇ ਜਦੋਂ ਪੱਟੀ ਸਾਹਿਬ ਆਉਂਦੇ, ਵਾਕਿਆ ਸਾਨੂੰ ਵੀ ਮਜ਼ਾ ਨਹੀਂ ਆਉਂਦਾ। ਪਰ ਮੈਂ ਬੇਨਤੀ ਕਰਾਂ, ਮੈਂ ਇਸ ਮੰਚ ਤੇ ਬੜੇ ਹੋਸ਼ੋ ਹਵਾਸ ਨਾਲ ਬੈਠਦਾ, ਬਿਲਕੁਲ ਹੋਸ਼ੋ ਹਵਾਸ ਨਾਲ। ਪੰਥ ਕਿੱਥੇ ਭਗਵੰਤ ਮਾਨ ਤੇ ਕਿੱਥੇ ਮਤਲਬ ਸਾਡੀ ਜਿਹੜਾ ਤੁਸੀਂ ਅਗਲਾ ਕੁਐਸਚਨ ਕੀਤਾ ਯਾਰ, ਸਵਾਲ ਅਸਲੀ ਕੁਐਸਚਨ ਸੈਕੰਡ ਕੁਐਸਚਨ ਹੁਣ ਛੱਡੋ, ਤੁਸੀਂ ਉਸ ਚੀਜ਼ ਨੂੰ ਸੈਕੰਡ ਕੁਐਸਚਨ ਕਿਹਾ ਆਂਦਾ, ਮੈਂ ਤੁਹਾਨੂੰ ਟੋਕਦਾ ਹੀ ਨਾ। ਪੰਜਾਬ ਵਿੱਚ ਜਿਹੜੀ ਨਸਲਾਂ ਦੀ ਤੇ ਫਸਲਾਂ ਦੀ ਦੋਵਾਂ ਦੀ ਬਰਬਾਦੀ ਇੱਕ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਹੈ। ਜਥੇਦਾਰ ਸਾਹਿਬ, ਇਹ ਪਹਿਲੀ ਵਾਰੀ ਤਾਂ ਹੋਈ ਨਹੀਂ, ਤੁਹਾਡੀ ਪੰਥ ਸਰਕਾਰ ਦੇ ਵੇਲੇ ਵੀ ਹੋਈ ਹੈ, ਜ਼ਬਰਦਸਤ ਹੋਈ ਹੈ। ਜੇ ਇਹੀ ਕਾਂਡ ਪਟਿਆਲੇ ਵਾਲਾ ਤੁਹਾਡੇ ਰਾਜ ਦੇ ਵਿੱਚ ਹੋਇਆ ਹੁੰਦਾ, ਪੰਥ ਸਰਕਾਰ ਦੇ ਵਿੱਚ ਸਿੱਧੀਆਂ ਚੱਲੀਆਂ ਸੀ ਸਿੱਖਾਂ ਵੱਲ ਗੋਲੀਆਂ, ਤੇ ਕਈ ਬੁੜਕ ਕੇ ਪਏ ਹੋਣੇ ਸੀ, ਤੇ ਉਹਨੂੰ ਮਿਲੀ ਹੋਣੀ ਸੀ ਸੁਰੱਖਿਆ, ਤੇ ਉਹਨੂੰ ਮਿਲੀ ਹੋਣੀ ਨਾਨਕ ਸਿੰਘ ਨੂੰ ਹੋਰ ਜ਼ਿਆਦਾ ਉਪਾਧੀ ਉਹਦੀਆਂ ਕੀਤੀਆਂ ਹੋਈਆਂ ਸਾਰੀਆਂ ਜਿਹੜੀਆਂ ਮਤਲਬ ਦਿੱਤੀਆਂ ਹੋਈਆਂ ਐਪਲੀਕੇਸ਼ਨ ਜਿਹੜੀਆਂ ਨੇ ਪਰਵਾਨੇ ਵੱਲੋਂ, ਉਹ ਲੱਭਣੀਆਂ ਹੀ ਨਹੀਂ ਸੀਗੀਆਂ। ਜੀ ਜੀ ਜੀ, ਉਹਨੇ ਹਵਾ 'ਚ ਫਾਇਰ ਕੀਤਾ ਤੇ ਉਹਨੂੰ ਆਧਾਰ ਬਣਾ ਲਿਆ। ਪੰਜਾਬ ਵਿੱਚ ਨਸਲਾਂ ਤੇ ਫਸਲਾਂ ਦੀ ਆਬਾਦੀ ਹੈ, ਤੇ ਹੁਣ ਤੁਸੀਂ ਕਿਸ ਸਾਜ਼ਿਸ਼ ਤਹਿਤ ਜਿਹੜੀਆਂ ਪੰਥਕ ਜਥੇਬੰਦੀਆਂ ਨੂੰ ਇਕੱਠਾ ਕਰ ਰਹੇ ਹੋ, ਵੀ ਦੱਸ ਦਿਓ ਨਾਲ, ਕੀ ਕਹਿਣਾ ਚਾਹੋਗੇ? ਦੇਖੋ, ਜਥੇਦਾਰ ਸਾਹਿਬ ਨੇ ਕੱਲ ਪਟਿਆਲਾ ਕਾਂਡ ਨੂੰ ਲੈ ਕੇ ਮੀਟਿੰਗ ਕਾਲ ਕੀਤੀ। ਮੈਂ ਪਹਿਲਾਂ ਕਹਿੰਦਾ ਵੀ ਜਥੇਦਾਰ ਸਾਹਿਬ ਦੇ ਚੰਗਾ ਉਹਨਾਂ ਨਾਲ ਤੁਸੀਂ ਬਰਗਾੜੀ ਤੇ ਡਬਲ ਕਲਾ ਕਾਂਡ ਜੋੜ ਦਿੰਦੇ। ਬਿਲਕੁਲ, ਹੋਰ ਜਿਹੜੇ ਮਸਲੇ ਨੇ ਉਹ ਵੀ ਦੱਸੋ, ਗੁਰੂ ਗ੍ਰੰਥ ਸਾਹਿਬ ਨੂੰ ਵੀ ਜੋੜਦੇ, ਕਿੱਥੇ ਗਏ ਨੇ 328 ਸਰੂਪ? ਬਿਲਕੁਲ, ਉੱਥੇ ਜਾ ਕੇ ਇਹ ਮਸਲੇ ਨਾਲ ਗੱਲ ਕਰ ਲੈਂਦੇ, ਇਹ ਵੀ ਗੱਲ ਕਰਦੇ, ਫਿਰ ਤਾਂ ਤੁਹਾਨੂੰ ਮੰਨਦੇ ਕਿ ਤੁਸੀਂ ਵਾਕਈ ਨਿਰਪੱਖ ਜਥੇਦਾਰ ਹੋ। ਬਿਲਕੁਲ, ਤੇ ਜੇ ਤੁਸੀਂ ਕਾਰਜਕਾਰੀ ਜਥੇਦਾਰ ਦੀ ਬਜਾਏ ਕਰਮਚਾਰੀ ਜਥੇਦਾਰ, ਤੇ ਫਿਰ ਅਸੀਂ ਕੁਝ ਨਹੀਂ ਕਹਿ ਸਕਦੇ। ਲਫ਼ਜ਼ ਬੜਾ ਵਧੀਆ ਵਰਤਿਆ, ਕਰਮਚਾਰੀ ਜਥੇਦਾਰ। ਜੀ ਜੀ ਜੀ। ਹੁਣ ਮੈਂ ਇਹ ਗੱਲ ਕਹਿਣ ਲੱਗਿਆ ਵੀ ਜਥੇਦਾਰ ਨੇ ਜਿਹੜੀ ਸਟੇਜ ਤੋਂ ਗੱਲ ਕੀਤੀ, ਕਹਿੰਦਾ ਪਹਿਲਾਂ ਸਾਡੀਆਂ ਫਸਲਾਂ ਬਰਬਾਦ ਕੀਤੀ, ਅੱਜ ਜਿਹੜੀਆਂ ਅਸੀਂ ਫਸਲਾਂ ਬੀਜ ਰਹੇ ਹਾਂ, ਅਸੀਂ ਧਰਤੀ ਨਾਲ ਬਲਾਤਕਾਰ ਕਰ ਰਹੇ, ਉਹ ਉਪਜਾਊ ਜਿਹੜੀ ਸ਼ਕਤੀ ਅਸੀਂ ਆਪ ਪੈਦਾ ਕਰ ਰਹੇ, ਉਸਨੂੰ ਦੇ ਨਹੀਂ ਸਕਦੀ। ਤੇ ਜਦੋਂ ਸਾਡੇ ਜਿਹੜੇ ਮਿਨਿਸਟਰ ਨੇ, ਐਗਰੀਕਲਚਰ ਮਿਨਿਸਟਰ ਨੇ ਕਹਿਤਾ ਕਿ ਪੰਜਾਬ ਦੇ ਕਿਸਾਨ ਜਿਹੜੀ ਫਸਲ ਪੈਦਾ ਕਰਦੇ ਆ, ਇਹ ਜ਼ਹਿਰ ਪੈਦਾ ਕਰਦੇ, ਆਪ ਨਹੀਂ ਖਾਂਦੇ, ਦੂਜਿਆਂ ਨੂੰ ਵੇਚਦੇ। ਬੰਦਾ ਪੁੱਛੇ ਤੋਮਰ ਸਾਹਿਬ ਸਮੇਂ ਦੱਸਦੇ ਵੀ ਕਿਸਾਨ ਖਾਂਦੇ ਫਿਰ ਕੀ ਨੇ? ਜੇ ਫਸਲ ਨਹੀਂ ਖਾਂਦੇ, ਇੱਥੋਂ ਦੀ ਕਣਕ ਬੀਜੀ ਨਹੀਂ ਖਾਂਦੇ, ਜੇ ਝੋਨਾ ਚੌਲ ਨਹੀਂ ਖਾਂਦੇ, ਹੁਣ ਖਾਂਦੇ ਕੀ? ਦੱਸ ਦਿੰਦਾ ਜੀ ਆਹ ਖਾਂਦੇ ਜੀ। ਦੂਸਰੀ ਚੀਜ਼ ਜਥੇਦਾਰ ਨੇ ਜਿਹੜੀ ਗੱਲ ਕੀਤੀ, ਵੱਡੀ ਗੱਲ, ਉਹ ਕਹਿੰਦਾ 625 ਸੈਂਟਰ ਜਿਹੜੇ ਪੰਜਾਬ ਦੇ ਖੁੱਲ ਚੁੱਕੇ ਨੇ ਟੈਸਟ ਬੇਬੀ ਦੇ। ਇਹ ਹੁਣੇ ਖੁੱਲੇ, ਨਵੇਂ ਖੁੱਲੇ, ਇਹ ਨਵੇਂ ਖੁੱਲੇ ਆ, ਭਗਵੰਤ ਮਾਨ ਦੀ ਸਰਕਾਰ ਦੇ ਵੇਲੇ ਖੁੱਲੇ ਆ। ਮੈਨੂੰ ਨਹੀਂ ਪਤਾ ਰਾਜੀ ਖੁੱਲੇ ਖੁੱਲੇ। ਕਹਿੰਦਾ ਪਹਿਲਾਂ ਸਾਡੀਆਂ ਫਸਲਾਂ ਬਰਬਾਦ ਕੀਤੀਆਂ, ਹੁਣ ਸਾਡੀਆਂ ਨਸਲਾਂ ਬਰਬਾਦ ਕੀਤੀਆਂ। ਜਿਹੜਾ ਸੀਮਨ ਆਉਂਦਾ ਬਾਹਰੋਂ ਆਉਂਦਾ, ਤੇ ਜਿਹੜੀਆਂ ਸਾਡੀਆਂ ਲੜਕੀਆਂ ਨੇ ਇੱਥੋਂ ਦੀਆਂ, ਉਹ ਜ਼ਿਆਦਾਤਰ ਬੱਚੇ ਪੈਦਾ ਕਰਨ ਵਾਸਤੇ ਟੈਸਟ ਟਿਊਬ ਬੇਬੀ ਜਿਹੜਾ ਪੈਦਾ ਕਰਨ ਵਾਸਤੇ ਜਿਹੜੀਆਂ ਉਹ ਜ਼ਿਆਦਾ ਪ੍ਰੈਫਰ ਕਰਦੀ, ਤੇ ਸਾਡੀਆਂ ਨਸਲਾਂ ਬਰਬਾਦ ਹੋ ਗਈਆਂ ਕਿਦੋਂ? ਇਹਦੇ ਬਾਰੇ ਜਥੇਦਾਰ ਸੀ ਪ੍ਰੋਗਰਾਮ ਦਿਓ, ਇੰਨੀ ਗੱਲ ਕਹਿ ਕੇ ਛੱਡੋ ਨਾ, ਆਕਾ ਆਪਣਾ ਵੀ ਪ੍ਰੋਗਰਾਮ ਦਿਓ। ਨਸ਼ਿਆਂ ਦੀ ਗੱਲ ਤੁਸੀਂ ਕੀਤੀ ਆ, ਨਸ਼ੇ ਆਏ ਕਿਹਦੇ ਸਮੇਂ ਤੇ? ਨਸ਼ੇ ਤੇ ਗੈਂਗਸਟਰੀ ਦੇ ਸਮੇਂ ਤੇ ਆਏ ਸੀ। ਪੱਟੀ ਦੇ ਵਿੱਚ ਜਦੋਂ ਸਮੈਕ ਆਈ, ਕੌਣ ਲੈ ਕੇ ਆਇਆ? ਉਦੋਂ ਵੀ ਸਾਡੀ ਪੰਥਕ ਸਰਕਾਰ ਸੀ।
ਬੜਾ ਰੌਲਾ ਪਿਆ ਸੀ ਅਖਬਾਰਾਂ ਦੇ ਵਿੱਚ, ਵੇਖੋ ਜੀ ਪੱਟੀ ਜਿਹੜੀ ਛੁੱਟਿਆ ਸਮੈਕ ਆ ਗਈ ਜੀ, ਫਲਾਣ ਗਿਆ ਸੀ। ਅੱਜ ਹੁਣ ਸਾਰਾ ਹਿੰਦੁਸਤਾਨ ਹੀ ਇਸ ਵਿੱਚ ਪਿਆ ਵਾ, ਪੰਜਾਬ ਦੇ ਖਾਸ ਕਰਕੇ ਪਿਆ ਦੇ ਵਿੱਚ। ਇਸ ਕਰਕੇ ਜਥੇਦਾਰ ਜੀ ਕੋਈ ਪ੍ਰੋਗਰਾਮ ਦਿਓ ਵੀ ਨਸ਼ੇ ਵੀ ਕਿਵੇਂ ਦੂਰ ਕਰਨੇ, ਕਿਵੇਂ ਨਹੀਂ ਕਰਨੇ। ਤੁਹਾਡੀ ਐਸੀ ਕਮਰਿਆਂ ਤੇ ਐਸੀ ਗੱਡੀਆਂ 'ਚ ਬਹਿ ਕੇ ਜਿਹੜਾ ਵਾ ਇਹ ਕੰਮ ਨਹੀਂ ਹੋਣੇ, ਗੱਲਾਂ ਦਾ ਅਖੜਾ ਬਣਿਆ ਨਹੀਂ ਹੋਣਾ। ਬਿਲਕੁਲ ਤੁਸੀਂ ਬਾਹਰ ਨਿਕਲੋ, ਲੋਕਾਂ ਦੀ ਅਗਵਾਈ ਕਰੋ। ਜੇ ਬਾਹਰ ਨਿਕਲੋ ਤਾਂ ਲੋਕ ਤੁਹਾਡੇ ਪਿੱਛੇ ਚੁਣਨਗੇ। ਤੁਹਾਡੇ ਏਸੀ ਕਮਰੇ ਤੋਂ ਤੁਹਾਡੇ ਸੇਵਾਦਾਰ ਬਣ ਨਹੀਂ ਕਿਸੇ ਨੂੰ, ਕਿੱਥੇ ਕੋਈ ਕਰੋਗੇ ਤੁਸੀਂ ਜੀ। ਇਸ ਕੋਈ ਸ਼ੱਕ ਵਾਲੀ ਗੱਲ, ਚਿੰਤਾ ਦਾ ਵਿਸ਼ਾ ਕਰਨਾ ਨਹੀਂ। ਤੁਸੀਂ ਦੋਵੇਂ ਗੱਲਾਂ ਚਿੰਤਾ ਦਾ ਵਿਸ਼ਾ। ਜਿਹੜੀ ਸੰਗਤ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀ ਹੈ, ਤੁਸੀਂ ਉਹਨਾਂ ਦਾ ਪ੍ਰੋਪਰ ਦਰਸ਼ਨ ਕਰਨ ਵਾਸਤੇ ਪ੍ਰਬੰਧ ਨਹੀਂ ਕਰਵਾ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿ ਕਿਸੇ ਤਰੀਕੇ ਦੇ ਨਾਲ ਬੰਦਾ ਰੂਟੀਨ ਦੇ ਵਿੱਚ ਤੁਰਿਆ ਜਾਵੇ, ਰੂਟੀਨ ਦੇ ਵਿੱਚ ਦਰਸ਼ਨ ਕਰ ਲਏ। ਤੁਹਾਡੀ ਇਨਕਮ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ, ਪਿਛਲੇ 2 ਸਾਲ ਤੋਂ ਅਸੀਂ ਖੁੱਲ੍ਹ ਕੇ, ਮੈਂ ਮਤਲਬ 2 ਸਾਲ ਵਰੇ ਪਹਿਲਾਂ ਗਿਆ ਸੀ, ਚੌਥੀ ਵਾਰ ਖੁੱਲ੍ਹ ਕੇ ਦਰਸ਼ਨ ਨਹੀਂ ਹੋ ਸਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ। ਮਨ ਕਿੰਨਾ ਦੁਖੀ ਹੈ ਕਿ ਇੰਨਾ ਵੱਡਾ ਰਸ਼ ਹੁੰਦਾ, ਇੰਨਾ ਵੱਡਾ ਕਰਾਊਡ ਹੁੰਦਾ, ਇੰਨਾ ਵੱਡਾ ਧੱਕਾ ਹੁੰਦਾ, ਇੰਨਾ ਵੱਡਾ ਬੰਦਾ ਪਰੇਸ਼ਾਨ ਹੁੰਦਾ ਕਿ ਚਲੋ ਅਕਾਲ ਤਖਤ ਸਾਹਿਬ ਦੇ ਮੱਥਾ ਟੇਕ ਲੈਂਦੇ ਆ, ਇੱਥੋਂ ਨਤਮਸਤਕ ਹੋ ਜਾਂਦੇ ਆ। ਕਿੰਨੇ ਹੋਰ ਹੋਣਗੇ। ਮਤਲਬ ਤੁਸੀਂ ਉਹ ਚੀਜ਼ਾਂ ਨੂੰ ਤਾਂ ਪ੍ਰੋਪਰ ਤਰੀਕੇ ਦੇ ਨਾਲ ਅਪਣਾ ਨਹੀਂ ਸਕੇ। ਸ਼ਹੀਦਾਂ ਦਾ ਜਿਹੜਾ ਬਾਬਾ ਦੀਪ ਸਿੰਘ ਦੇ ਜਿਹੜੀ ਸ਼ਹੀਦ ਆ, ਜਿਹੜੇ ਸੁਲਤਾਨਵਿੰਡ ਗੁਰਦੁਆਰਾ ਸਾਹਿਬ ਆ, ਉੱਥੇ ਵੀ ਮਤਲਬ ਤੁਸੀਂ ਪ੍ਰੋਪਰ ਸੰਗਤਾਂ ਨੂੰ ਦਰਸ਼ਨ ਨਹੀਂ ਕਰਵਾ ਸਕਦੇ। ਕਿ ਕੁਝ ਸਿਸਟਮੈਟਿਕਲੀ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਹਰ ਬੰਦਾ ਦਰਸ਼ਨ ਕਰਨ ਆਵੇ, ਉਹਨੂੰ ਪਰੇਸ਼ਾਨੀ ਨਾ ਹੋਵੇ, ਉਹਦੀਆਂ ਕਿਤੇ ਜੇਬਾਂ ਨਾ ਕੱਟੀਆਂ ਜਾਣ, ਉਹਨੂੰ ਕਿਤੇ ਚੋਰੀ ਨਾ ਹੋਵੇ, ਉਹ ਤਰਾਸ ਕਰਦਾ ਕਿਤੇ ਪਰੇਸ਼ਾਨ ਹੋ ਕੇ ਨਾ ਜਾਵੇ ਜਿਹੜਾ ਦਰਸ਼ਨ ਕਰਨ ਆਇਆ। ਆ ਤੁਸੀਂ ਇਹੋ ਜਿਹੀਆਂ ਗੱਲਾਂ, ਹੁਣ ਤੁਹਾਡੀ ਸਰਕਾਰ ਜਿਹੜੀ ਹੈ ਸਖਤੀ ਦੇ ਵਿੱਚ ਆਈ ਹੈ ਤੇ ਤੁਹਾਨੂੰ ਚਾਬੀ ਭਰ ਦਿੱਤੀ ਤੇ ਤੁਸੀਂ ਹੁਣ ਬਿਆਨਬਾਜ਼ੀਆਂ ਕਰਨ ਲੱਗ ਪਏ ਹੋ। ਇੱਕ ਤਾਂ ਥੋੜ੍ਹਾ ਬਹੁਤਾ ਕਿਤੇ ਪੰਥ ਵੱਲ ਵੀ ਸੋਚੋ, ਕੌਮ ਵੱਲ ਹੀ ਸੋਚੋ। ਆਹ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ, ਇਹ ਦੁਨੀਆ ਭਰ ਦੇ ਵਿੱਚ ਜਿਹੜੀ ਤੁਹਾਡੀ ਗੱਲ ਜਾਣੀ ਹੈ ਤੇ ਉਹਦੀ ਟਰਾਂਸਲੇਸ਼ਨ ਹੋ ਕੇ ਛਪਣੀ ਹੈ, ਤੇ ਆਉਣ ਦਾ ਰੈਕਡ ਬਣਨੀ ਹੈ ਤੁਹਾਡੀ ਇਹ ਗੱਲ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ। ਅਗਲਿਆਂ ਨੇ ਕਿਹਾ ਸੀ ਤੁਹਾਡੀ ਆਉਣ ਵਾਲੀ ਜਨਰੇਸ਼ਨ ਨੂੰ ਖਤਮ ਕਰਨਾ ਖਾੜਕੂਵਾਦ ਦੇ ਵੇਲੇ, ਤੇ ਤੁਸੀਂ ਉੱਤੇ ਮੋਹਰ ਲਾ ਰਹੇ ਹੋ ਕਿ ਸਾਡੀ ਜਨਰੇਸ਼ਨ ਖਤਮ ਹੋ ਰਹੀ, ਸਾਡੀਆਂ ਧੀਆਂ ਜਿਹੜੀਆਂ ਨੇ ਇੱਧਰ ਨੂੰ ਜਾ ਰਹੀਆਂ ਨੇ। ਬਦਨਾਮ ਕਰ ਰਹੇ ਹੋ ਤੁਸੀਂ, ਬਦਨਾਮ ਕਰ ਰਹੇ ਹੋ ਤੁਸੀਂ। ਪੰਥ ਦੇ ਜਥੇਦਾਰ ਹੋ, ਤੁਹਾਡੇ ਮੂੰਹ ਦੇ ਵਿੱਚ ਲਫ਼ਜ਼ ਪਾਏ ਗਏ ਨੇ ਕਿ ਬੋਲੋ, ਤੇ ਤੁਸੀਂ ਬੋਲ ਰਹੇ ਹੋ। ਆਨ ਦਾ ਰੈਕਡ ਹੋ ਜਾਂਦਾ ਪੱਟੀ ਸਾਹਿਬ ਇਹ ਗੱਲ, ਕਿ ਨਹੀਂ? ਦੱਸੋ ਮੈਨੂੰ। ਬਿਲਕੁਲ 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 ਇਹਨਾਂ ਦੀ ਹਰ ਗੱਲ ਨੋਟ ਹੁੰਦੀ ਆ ਜੀ। ਉੱਥੇ ਏਜੰਸੀਆਂ ਸਾਰੀਆਂ ਬੈਠੀ ਹੁੰਦੀਆਂ, ਉਹ ਰਿਕਾਰਡ ਵੀ ਕਰਦੀਆਂ, ਨੋਟ ਵੀ ਕਰਦੀਆਂ ਜੀ। ਅੱਛਾ ਚਲੋ ਪੱਟੀ ਸਾਹਿਬ, ਇੱਕ ਬੜੀ ਵੱਡੀ ਖਬਰ ਆ ਰਹੀ ਆ ਇਲਾਹਾਬਾਦ ਹਾਈ ਕੋਰਟ ਦੀ। ਛੱਡੀਏ ਇਹਨਾਂ ਨੂੰ ਆਪਾਂ, ਫਿਰ ਉਹੀ ਗੱਲ। ਉਮਰ ਕੈਦ ਦੀ ਪਰਿਭਾਸ਼ਾ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਆਖਰੀ ਸਾਹ ਤੱਕ ਜੇਲ੍ਹ ਵਿੱਚ ਰੱਖਣਾ। ਇਹ ਸਾਰਿਆਂ ਤੇ ਲਾਗੂ ਹੋਵੇਗਾ ਜਾਂ ਫਿਰ ਮਤਲਬ ਜਿਹੜੇ ਕੁਝ ਖਾਸ ਉਹਨਾਂ ਨੂੰ ਰਿਆਇਤ ਮਿਲੇਗੀ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਤੁਸੀਂ ਠੀਕ ਕਿਹਾ। ਰਿਆਇਤ ਮਿਲ ਰਹੀ ਹੈ ਜੀ, ਤੁਹਾਡੇ ਸਾਹਮਣੇ ਰਿਆਇਤ ਮਿਲੀ ਹੈ। ਬਾਹਰ ਆਇਆ ਇੱਕ ਬਿਲਕੁਲ ਸਾਹਮਣੇ ਰਿਆਇਤ ਮਿਲੀ ਹੈ। ਇੱਥੇ ਤੇ ਜਿਹੜਾ ਵਾ ਸਾਡਾ ਕਾਨੂੰਨ ਮੋਮਦਾ ਨੱਕ ਹੈ ਜੀ। ਆਸ਼ੀਸ਼ ਮਿਸ਼ਰੇ ਨੂੰ ਇਲਾਹਾਬਾਦ ਹਾਈ ਕੋਰਟ ਦਾ ਲਖਨਊ ਬੈਂਚ ਬਿਨਾਂ ਕਿਸੇ ਨੂੰ ਸੁਣਿਆ ਜ਼ਮਾਨਤ ਦੇ ਦਿੰਦਾ, ਆਪੇ ਮੋਮਦਾ ਨੱਕ ਹੋ ਗਿਆ। ਉਹਦੇ ਤੇ ਟਿੱਪਣੀ ਕੀਤੀ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ, ਜ਼ਮਾਨਤ ਤੁਸੀਂ ਕਿਵੇਂ ਦਿੱਤੀ ਹੈ? ਨਾਲ ਕਿਹਾ ਇਹਦੇ ਤੇ ਦੁਬਾਰਾ ਸੁਣਾਈ ਕੀਤੀ ਜਾਵੇ ਤੇ ਉਹ ਬੈਂਚ ਸੁਣਾਈ ਨਹੀਂ ਕਰੇਗਾ ਜਿਹਨੇ ਪਹਿਲਾਂ ਸੁਣਾਈ ਕੀਤੀ। ਇਹ ਤੋਂ ਬਾਅਦ ਸੁਪਰੀਮ ਕੋਰਟ ਕੀ ਕਰੇ? ਇਲਾਹਾਬਾਦ ਹਾਈ ਕੋਰਟ ਦੇ ਕੱਲੂ ਨਾਂ ਦਾ ਕੇਸ ਆ, ਉਹ ਤੇ ਗਿਆ ਬੰਦੇ ਕੋਲ, ਤੇ ਉਹਨਾਂ ਕਿਹਾ ਜੀ ਜਿਹੜੀ ਸਜ਼ਾ ਹੋਈ ਸੀ ਉਮਰ ਕੈਦ ਦੀ ਸਜ਼ਾ ਦਿੱਤੀ ਸੀ, ਤੇ ਇਹਦੇ ਜਿਹੜੇ 24-25 ਸਾਲ ਕੱਟ ਲਿਆ ਤੇ ਇਹਨੂੰ ਹੁਣ ਰਿਹਾ। ਜਿਹੜਾ ਜੱਜ ਬਿਠਾ ਸੀ ਸਿੰਗਲ ਬੈਂਚ ਵਾਲਾ, ਉਹਨੇ ਕਿਹਾ ਬਿਲਕੁਲ ਉਮਰ ਕੈਦ ਦਾ ਮਤਲਬ ਇਹ ਆ ਤਾ ਉਮਰ ਟਿਲ ਲਾਸਟ ਬਰੀਥ, ਆਖਰੀ ਸਾਹ ਤੱਕ ਜੇਲ੍ਹ ਚ ਰਹਿਣਾ। ਜਿਹੜੇ ਥੱਲੇ ਦੀ ਕੋਰਟ ਨੇ ਫੈਸਲਾ ਕੀਤਾ, ਮੈਂ ਉਹਦਾ ਸਹਿਮਤ ਹਾਂ, ਮੈਂ ਉੱਤੇ ਮੋਹਰ ਲਾਉਣਾ, ਇਹਨੂੰ ਬਿਲਕੁਲ ਕੋਈ ਰਿਆਇਤ ਨਹੀਂ। ਜੇ ਇਹ ਚੀਜ਼ ਲਾਗੂ ਹੁੰਦੀ ਹੈ ਤੇ ਫਿਰ ਭੁੱਲਰ ਨੂੰ ਵੀ ਰਿਆਇਤ ਨਹੀਂ ਮਿਲਣੀ ਤੇ ਰਾਜੋਆਲ ਨੂੰ ਵੀ ਰਿਆਇਤ ਨਹੀਂ ਮਿਲਣੀ, ਕਿਸੇ ਨੂੰ ਨਹੀਂ ਮਿਲਣੀ। ਪਰ ਪੱਟੀ ਸਾਹਿਬ ਇੱਕ ਗੱਲ ਹੋਰ, ਮੈਂ ਸ਼ਾਇਦ ਕਾਨੂੰਨ ਤੋਂ ਬਹੁਤਾ ਵਾਕਫ ਨਹੀਂ, ਮੈਂ ਇੱਕ ਬੇਨਤੀ ਕਰਦੇ ਹਾਂ ਜੀ ਸਾਰੇ ਕਾਲਰਸ ਨੂੰ, ਜਦੋਂ ਤੁਸੀਂ ਬਿਨਾਂ ਵਜ੍ਹਾ ਦਾ ਕੋਈ ਸ਼ਬਦ ਔਨ ਏਅਰ ਬੋਲੋਗੇ ਤੇ ਮੈਂ ਉਹਨੂੰ ਕੱਟਾਂਗਾ, ਕੱਟਦਾ ਰਿਹਾ ਤੇ ਗਾਂ ਵੀ ਕੱਟਾਂਗਾ। ਜੇ ਤੁਸੀਂ ਸਾਡੇ ਮੂੰਹ 'ਚ ਸ਼ਬਦ ਪਾਓਗੇ ਕਿ ਤੁਸੀਂ ਟੋਕਣਾ ਰੋਕਣਾ, ਸਾਨੂੰ ਤੁਹਾਡੇ ਨਾਲ ਕੋਈ ਸ਼ਖਸੀਅਤ ਦੇ ਨਾਲ ਵੈਰ ਨਹੀਂ,
ਨਾ ਕੋਈ ਵਿਰੋਧ ਹੈ। ਜਦੋਂ ਇਸ ਮੰਚ ਦੇ ਉੱਤੇ ਆ ਕੇ ਤੁਸੀਂ ਕਿਸੇ ਵੀ ਗੱਲ ਨੂੰ ਰਲ ਗੱਡ ਕਰਨ ਦੀ ਕੋਸ਼ਿਸ਼ ਕਰੋਗੇ ਤੇ ਮੈਂ 25 ਸਾਲ ਦਾ ਐਕਸਪੀਰੀਅੰਸ ਹੈ, ਇਹ ਨਹੀਂ ਕਹਿੰਦੇ PhD ਹੋ ਜਾਂਦੀ ਹੈ ਨਾ। ਹਾਂ ਠੀਕ ਆ ਕਿ 4 ਲਫ਼ਜ਼ ਮੈਂ ਇੰਗਲਿਸ਼ ਦੇ ਘੱਟ ਬੋਲਦਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਗਿਆਨ ਨਹੀਂ ਰੱਖਦਾ, ਆਪਣੇ ਧਰਮ ਬਾਰੇ ਗਿਆਨ ਰੱਖਦਾ ਤੇ ਤੁਹਾਡੀਆਂ ਭਾਵਨਾਵਾਂ ਦਾ ਵੀ ਕਦਰ ਕਰਦਾ। ਜਦੋਂ ਤੁਸੀਂ ਉੱਚੀ ਬੋਲ ਕੇ ਦੂਜੇ ਦੇ ਲਫ਼ਜ਼ਾਂ ਦੇ ਵਿੱਚ ਮੂੰਹ 'ਚ ਸ਼ਬਦ ਪਾਓਗੇ, ਮੈਂ ਇਸ ਮੰਚ ਨੂੰ ਚਲਾਉਣਾ ਤੇ ਬੈਲੈਂਸ ਰੱਖਣਾ ਤੇ ਮੇਰਾ ਕਰਤੱਵ ਹੈ ਤੇ ਮੈਂ ਰੱਖਦਾ ਰਵਾਂਗਾ। ਇਸ ਮੰਚ ਤੇ ਡਜ਼ਨ ਮੈਟਰ ਜਿੰਨਾ ਮਰਜ਼ੀ VVIP ਹੋਵੇ VIP ਹੋਵੇ, ਜਦੋਂ ਤੁਸੀਂ ਲਕੀਰ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕਰੋਗੇ ਮੇਰੇ ਵਾਸਤੇ ਜ਼ੀਰੋ ਹੋ, ਹੀਰੋ ਨਹੀਂ ਹੋ। ਕਿਉਂਕਿ ਇਸ ਮੰਚ ਦੀ ਜਿਹੜੀ ਮਰਿਆਦਾ ਨੂੰ ਬਰਕਰਾਰ ਰੱਖਣਾ ਮੇਰਾ ਧਰਮ ਹੈ, ਮੇਰਾ ਫਰਜ਼ ਹੈ ਤੇ ਮੇਰਾ ਕਰਤੱਵ ਹੈ ਤੇ ਮੈਂ ਕਰਦਾ ਰਵਾਂਗਾ ਤੇ ਕਰਦਾ ਰਿਹਾ ਹਾਂ, ਕਰਦਾ ਵੀ ਰਵਾਂਗਾ ਆਉਣ ਵਾਲੇ ਸਮੇਂ ਦੇ ਵਿੱਚ। ਦੂਜੀ ਗੱਲ, ਇੱਜ਼ਤ ਕਰੋਗੇ ਤੇ ਇੱਜ਼ਤ ਕਰਾ ਲੋਗੇ, ਨਹੀਂ ਤੇ ਖੂਹ 'ਚ ਜਿਹੋ ਜੀ ਆਵਾਜ਼ ਮਾਰੋਗੇ, ਮੈਂ ਪੜ੍ਹਿਆ ਕਹਿੰਦੇ ਖੂਹ 'ਚ ਉਹੋ ਜੀ ਆਵਾਜ਼ ਆਉਂਦੀ ਹੈ। ਰਿਸਪੈਕਟ ਕਰਦੇ ਆ, ਰਿਸਪੈਕਟ ਕਰਾਓ ਤੇ ਕਰੋ। ਜੇ ਤੁਸੀਂ ਨਹੀਂ ਸਮਝ ਸਕੇ ਅਗਲੇ ਦੇ ਕੁਐਸਚਨ ਨੂੰ ਵੀ ਮੈਂ ਕੀ ਕੁਐਸਚਨ ਕਰ ਰਿਹਾ, ਤੁਸੀਂ ਆਪਣੇ ਵੇਚ ਕਰ ਰਹੇ ਹੋ, ਤੁਸੀਂ ਉੱਥੇ ਇੱਕ ਗੱਲ ਕਹਿ ਸਕਦੇ ਹੋ ਕਿ ਹਾਂ ਮੇਰਾ ਇਹ ਦੂਸਰਾ ਕੁਐਸਚਨ ਸੀ, ਮੈਂ ਰਲ ਗੱਡ ਨਹੀਂ ਕਰ ਰਿਹਾ। 100 ਕਾਲ ਮੈਨੂੰ ਬਾਅਦ 'ਚ ਆਉਣੀ ਹੈ, ਮੈਂ ਇਕੱਲੇ ਨੂੰ ਜਵਾਬ ਦੇਣਾ। ਕਿਸੇ ਇੱਕ ਬੰਦੇ ਦੇ ਨਾਲ ਤੁਸੀਂ ਤੁਲਨਾ ਨਹੀਂ ਕਰ ਸਕਦੇ ਸਾਡੇ ਗੁਰੂ ਸਾਹਿਬਾਨਾਂ ਦੀ। ਡਜ਼ਨ ਮੈਟਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਜਿਗਰ ਤੇ ਇੱਕ ਆਮ ਬੰਦੇ ਦਾ ਜਿਗਰ ਮੈਂ ਨਹੀਂ ਬਰਦਾਸ਼ਤ ਕਰਾਂਗਾ ਇਸ ਮੰਚ ਦੇ ਉੱਤੇ। ਕੋਈ ਹੋਸਟ ਤੁਹਾਨੂੰ ਬਰਦਾਸ਼ਤ ਕਰਦਾ ਤੇ ਕਰੀ ਜਾਵੇ, ਬਟ ਇਹ ਮੰਚ ਤੁਹਾਨੂੰ ਆਗਿਆ ਨਹੀਂ ਦਊਗਾ। ਇੱਜ਼ਤ ਕਰੋਗੇ ਤੇ ਕਰਵਾ ਲੋਗੇ, ਨਹੀਂ ਕਰੋਗੇ ਤਾਂ ਫਿਰ ਉਹੋ ਜਿਹਾ ਜਵਾਬ ਮਿਲੇਗਾ। ਹਾਂ ਜੇ ਮੈਂ ਗਲਤ ਹਾਂ, ਅੰਡਰ CRT ਰੂਲ ਐਂਡ ਰੈਗੂਲੇਸ਼ਨ ਤੁਸੀਂ ਮੇਰੇ ਤੇ ਐਕਸ਼ਨ ਲੈ ਸਕਦੇ ਹੋ, ਨਹੀਂ ਤੇ ਮੈਂ ਕੱਟਣ ਦੀ ਸਮਰੱਥਾ ਰੱਖਦਾ ਤੇ ਮੇਰੇ ਕੋਲ ਪਾਵਰ ਹੈ ਤੇ ਮੈਂ ਕੱਟੂੰਗਾ। ਮੇਰੇ ਹੋਸਟ ਮੇਰੇ ਨਾਲ ਨੇ, ਉਹ ਸਹਿਮਤ ਹੋਣ ਨਾ ਹੋਣ ਉਹਨਾਂ ਦੀ ਮਰਜ਼ੀ ਹੈ, ਪਰ ਮੈਂ ਆਪਣੀ ਮਰਿਆਦਾ ਨੂੰ ਕਦੇ ਤੋੜਿਆ ਨਹੀਂ ਤੇ ਨਾ ਤੋੜਨ ਦਿੱਤਾ ਤੇ ਨਾ ਤੋੜਨਾ। ਓਵਰ ਟਾਈਮ ਲੈ ਰਹੇ ਹਾਂ, ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ, ਬਟ ਸਮਾਂ ਜਿਹੜਾ ਸਾਡੇ ਕੋਲੋਂ ਉਹ ਇਜਾਜ਼ਤ ਨਹੀਂ ਦੇ ਰਿਹਾ। ਪੱਟੀ ਸਾਹਿਬ ਮੈਂ ਸੌਰੀ ਇੰਟਰਪਟ ਕੀਤਾ ਤੁਹਾਨੂੰ, ਮੈਂ ਕਲੀਅਰ ਕਰਨਾ ਚਾਹੁੰਦਾ ਸੀਗਾ ਕਿ ਇਹ ਮੰਚ 25 ਸਾਲ ਤੋਂ 25 ਵਰ੍ਹੇਗੰਢ ਐਵੇਂ ਨਹੀਂ ਕੱਢ ਗਿਆ। ਬਹੁਤ ਸਾਰੇ ਆਏ ਨੇ, ਬਹੁਤ ਸਾਰਿਆਂ ਨੇ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਸਾਰੇ ਕਹਿਣ ਦੇ ਕੁਝ ਹੁੰਦੇ ਨੇ, ਪਿੱਠ ਪਿੱਛੇ ਕੁਝ ਹੁੰਦੇ ਨੇ ਤੇ ਕਰਦੇ ਕੁਝ ਹੁੰਦੇ ਨੇ। ਮੈਂ ਤਾਂ ਇਹੋ ਜਿਹੇ ਕੌਮ ਦੇ ਜਥੇਦਾਰਾਂ ਨੂੰ ਵੀ ਜਾਣਦਾ ਕਿ ਉਹ ਬਲੇ ਸ਼ੇਰਾ ਕੰਮ ਕੌਮ ਦੀ ਗੱਲ ਬੜੀ ਵਧੀਆ ਕਰਦਾ, ਐਡਾਂ ਉਹਨਾਂ ਦੀਆਂ ਕਿਤੇ ਹੋਰ ਥਾਂ ਤੇ ਚੱਲਦੀਆਂ ਹੁੰਦੀਆਂ ਜਿੱਥੇ ਕੌਮ ਦੇ ਜੜ੍ਹਾਂ 'ਚ ਤੇਲ ਦੇਣ ਵਾਲੇ ਹੁੰਦੇ ਨੇ। ਉਹ ਮੈਂ ਦੋ ਮੂਹਿਆਂ ਨੂੰ ਵੀ ਜਾਣਦਾ ਤੇ ਮੈਂ ਆਪਣੇ ਇਸ ਪ੍ਰੋਗਰਾਮ ਦੇ ਵੈਲਵਿਸ਼ਰਾਂ ਨੂੰ ਵੀ ਜਾਣਦਾ, ਸਪੋਰਟਰਾਂ ਨੂੰ ਵੀ ਜਾਣਦਾ, ਦੋਸਤਾਂ ਨੂੰ ਵੀ ਜਾਣਦਾ ਤੇ ਸਹਿਯੋਗੀਆਂ ਨੂੰ ਵੀ ਜਾਣਦਾ। ਹੈਲੋ ਹੈਲੋ ਹਾਂਜੀ ਚਲੋ ਜੀ ਅਗਲੀ ਕਾਲ ਲੈ ਲੈਣੇ। ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਨਅਵੇਲੇਬਲ ਨੰਬਰ ਹੈ ਜੀ ਤੁਹਾਡਾ, ਫਿਰ ਵੀ ਲੈ ਲਈ ਕਾਲ ਅਸੀਂ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਬੜੀ ਦੇਰ ਤੱਕ ਸੁਣ ਰਿਹਾ, ਤੁਸੀਂ ਕਿਹਾ ਸੀ ਟਾਈਮ ਲਗਾਉਣਾ ਆ, ਮੈਂ ਤਾਂ ਨਹੀਂ ਸੀ ਕਾਲ ਕੀਤੀ। ਕੋਈ ਗੱਲ ਨਹੀਂ, ਸਾਡੇ ਵੈਸੇ ਟੈਕਨੀਸ਼ੀਅਨ ਨੇ ਜਾਣਾ, TV ਵਾਲੇ ਟੈਕਨੀਸ਼ੀਅਨ ਨੇ ਜਾਣਾ ਆ, ਪਰ ਸਾਡੇ ਵੱਲੋਂ ਤਾਂ ਭਾਵੇਂ ਰੇਡੀਓ ਦੇ 2 ਘੰਟੇ ਲੱਗੇ ਰਹੀਏ। ਫਸਟ ਆਫ ਆਲ ਤੁਹਾਨੂੰ ਵੈਲਕਮ ਬੈਕ। ਥੈਂਕ ਯੂ ਜੀ। ਮੈਂ 2 ਦਿਨ ਤੋਂ ਕਾਲ ਨਹੀਂ ਕਰ ਸਕਿਆ, ਮੈਂ ਟਾਈਮ ਤੇ ਨਹੀਂ ਸੀਗਾ ਘਰ। ਮਿਹਰਬਾਨੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ। ਅੱਛਾ ਮੈਨੂੰ ਇਹ ਦੱਸੋ ਕਿ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਕੌਣ ਅਪਾਇੰਟ ਕਰਦਾ ਤੇ ਆਪਣਾ ਉਹਨਾਂ ਨੂੰ ਉਤਾਰਨ ਦਾ ਕੀ ਤਰੀਕਾ ਆ? ਕਿਉਂਕਿ ਜਦ ਤੱਕ ਉਹਨਾਂ ਦੇ ਉੱਤੇ ਜੇ ਇੱਕ ਪਾਰਟੀ ਨੇ ਜਾਂ 4 ਬੰਦਿਆਂ ਨੇ ਉਹਨਾਂ ਨੂੰ ਸਥਾਪਿਤ ਕਰਨਾ ਹੈ ਤੇ ਉਤਾਰਨਾ ਆ, ਉਹਨਾਂ ਕੋਲ ਹੀ ਪਾਵਰ ਨੇ ਤੇ ਉਹ ਫਿਰ ਅਕਾਲ ਤਖਤ ਦੇ ਜਥੇਦਾਰ ਨਾ ਹੋਏ, ਉਹ ਉਸ ਪਰਿਵਾਰ ਦੇ ਜਥੇਦਾਰ ਨੇ। ਇਹਦੇ ਵਾਸਤੇ ਕੋਈ ਨਾ ਕੋਈ ਪੱਕਾ ਪ੍ਰਬੰਧ ਹੋਣਾ ਚਾਹੀਦਾ ਕਿ ਹਾਂ ਵੀ ਉਹਨਾਂ ਨੂੰ ਜਦ ਤੱਕ ਕੋਈ ਏਦਾਂ ਦੀ ਕੋਈ ਗੁਸਤਾਖੀ ਨਾ ਹੋਵੇ ਜਿਹੜੀ ਨਾ ਬਰਦਾਸ਼ਤ ਦੇ ਕਾਬਲ ਹੋਵੇ ਪੰਥ ਨੂੰ, ਉਦੋਂ ਤੱਕ ਉਹਨਾਂ ਨੂੰ ਨਹੀਂ ਲਾਇਆ ਜਾਣਾ ਚਾਹੀਦਾ। ਬਾਕੀ ਉਸ ਤੋਂ ਪਹਿਲੇ ਜਦ ਤੱਕ ਉਹ ਨੇ, ਜਿੱਦਾਂ ਹੁਣ ਕ੍ਰਿਸਚੈਨਿਟੀ ਦੇ ਵਿੱਚ ਨੇ, ਜਿਹੜਾ ਪੋਪ ਬਣ ਜਾਂਦਾ ਉਹ ਆਪਣੇ ਅਖੀਰਲੇ ਦਮ ਤੱਕ ਉਹ ਪੋਪ ਰਹਿੰਦਾ ਹੈ, ਜਦ ਤੱਕ ਉਹ ਆਪ ਨਾ ਲੱਥੇ ਜਾਂ ਉਹ ਆਪਣਾ ਨਾ ਲਵੇ। ਕਿਉਂਕਿ ਸਾਡੇ ਅਕਾਲ ਤਖਤ ਦਾ ਜਥੇਦਾਰ, ਅਕਾਲ ਤਖਤ ਬਹੁਤ ਵੱਡੀ ਚੀਜ਼ ਹੈ, ਉਹਦੇ ਉੱਤੇ ਜੇ ਕੋਈ ਜਥੇਦਾਰ ਬੈਠਦਾ ਹੈ ਤਾਂ ਉਹਨੂੰ ਕਿਸੇ ਪਾਰਟੀ ਨੇ ਜਾਂ 4 ਬੰਦੇ ਲਾ ਕੇ ਲਾਂਬੇ ਨਹੀਂ ਗਾਣਾ ਚਾਹੀਦਾ। ਇਹਦੇ ਬਾਰੇ ਮਿਹਰਬਾਨੀ, ਥੈਂਕ ਯੂ ਜੀ। ਇਹਦੇ ਬਾਰੇ 2 ਗੱਲਾਂ ਨੇ। ਜਿਹੜੀ ਪਹਿਲੀ ਨਿਯੁਕਤੀ ਹੁੰਦੀ ਸੀ ਉਹ ਸਾਡੇ ਜਿਹੜੇ ਸੀ ਉਹ ਸਰਬਰਾਹ
ਮੌਕੇ ਤੌਰ ਤੇ ਕਰਦੀ ਸੀ ਜੇਕਰ ਅਕਾਲ ਤਖ਼ਤ ਸਿੰਘ ਨਿਯੁਕਤੀ ਜਿਹੜੀ ਪਹਿਲਾਂ ਜਿਹੜੀ ਅੰਗਰੇਜ਼ਾਂ ਦੇ ਟਾਈਮ ਤੇ ਜਦੋਂ ਸ਼੍ਰੋਮਣੀ ਕਮੇਟੀ ਬਣੀ ਤੇ ਸ਼੍ਰੋਮਣੀ ਕਮੇਟੀ ਕਿੱਥੇ ਵੀ ਤਖਤ ਦਾ ਜਥੇਦਾਰ ਲਾਉਣ ਵਾਸਤੇ ਪਹਿਲਾਂ ਪੰਥਕ ਸੰਸਥਾਵਾਂ ਨੂੰ ਪੱਤਰ ਭੇਜਦੀ ਹੁੰਦੀ ਸੀ ਵੀ ਤੁਹਾਡੇ ਕੋਲ ਕੋਈ ਯੋਗ ਉਮੀਦਵਾਰ ਹੈਗਾ ਤੇ ਉਹਦਾ ਨਾਂ ਭੇਜੋ ਤੇ ਦੀ ਕੁਆਲੀਫਿਕੇਸ਼ਨ ਕਿੱਥੇ ਫਿਰ ਬਕਾਇਦਾ ਤੌਰ ਤੇ ਉਹਨਾਂ ਦਾ ਸਰਵੇ ਹੁੰਦਾ ਸੀ ਵੀ ਕਿਹੜਾ ਬੰਦਾ ਯੋਗ ਵਿੱਚ ਹੁੰਦਾ ਤੇ ਬੰਦਾ ਜਿਹੜਾ ਯੋਗ ਹੁੰਦਾ ਸੀ ਉਹਨੂੰ ਲੈ ਜਾਂਦਾ ਸਹੀ ਜੇ ਇਹ ਪ੍ਰਕਿਰਿਆ ਜਿਹੜੀ ਸੀ ਉਹਨਾਂ ਨੂੰ ਚਿੱਠੀਆਂ ਭੇਜਣ ਦੀ ਪ੍ਰਕਿਰਿਆ ਖਤਮ ਹੋ ਗਈ ਤੇ ਮੁੜ ਕੇ ਸ਼੍ਰੋਮਣੀ ਕਮੇਟੀ ਤੇ ਡਿਪੈਂਡ ਆ ਗਿਆ ਕਿ ਉਹਦਾ ਪ੍ਰਧਾਨ ਤੇ ਐਗਜ਼ੈਕਟਿਵ ਜਿਹੜੀ ਚੋਣ ਕਰਕੇ ਜਥੇ ਬਦਲ ਸਕਦੀ ਅੱਜ ਕੱਲ ਤੇ ਇੱਕ ਪਰਚੀ ਆਉਂਦੀ ਹੈ ਵੀ ਫਲਾਣੇ ਨੂੰ ਲਾ ਦਿਓ ਤੇ ਢੀਂਗ ਨੂੰ ਲਾ ਦਿਓ ਠੀਕ ਹੈ ਇਹਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਜਥੇਦਾਰ ਜੋਗਿੰਦਰ ਸਿੰਘ ਵਿਦਾਰਤੀ ਸੀ ਉਹਨਾਂ ਨੇ 2-3 ਪੱਤਰ ਸ਼੍ਰੋਮਣੀ ਕਮੇਟੀ ਨੂੰ ਲਿਖੇ ਸੀਗੇ ਕਿ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਉਹਦੀ ਟੈਨਿਓਰ ਉਹਦਾ ਸੇਵਾ ਫਲ ਉਹਦੀ ਡਿਊਟੀ ਸਾਰੀਆਂ ਨਿਰਧਾਰਿਤ ਕੀਤੀਆਂ ਜਾਣ ਕੋਈ ਨਹੀਂ ਉਹਦਾ ਕੋਈ ਸੰਵਿਧਾਨ ਇਹੋ ਜਿਹਾ ਬਣਾਇਆ ਹੋਇਆ ਜੇ ਪਤਾ ਹੋਵੇ ਵੀ ਇਹਦੀ 5 ਸਾਲ ਦੀ ਟੈਨਿਓਰ ਹੈ ਇਹਦੀ 10 ਸਾਲ ਦੀ ਟੈਨਿਓਰ ਹੈ ਕਿੰਨੀ ਟੈਨਿਓਰ ਹੈਗੀ ਹੈ ਹੁਣ ਤੇ ਦਿਹਾੜੀਦਾਰ ਜਿਸ ਪਤਾ ਨਹੀਂ ਸ਼ਾਮ ਨੂੰ ਕਹਿੰਦੇ ਮੈਂ ਦਿਹਾੜੀ ਜਾਨੀ ਸਵਾਲ ਖਤਮ ਕਰਤੀ ਯਾਰ ਜਿਸ ਕੌਮ ਦੀ ਰਹਿਤ ਮਰਿਆਦਾ ਹੀ ਇੱਕ ਨਹੀਂ ਪੱਟੀ ਸਾਹਿਬ ਜਿਸ ਕੌਮ ਦੀ ਅਰਦਾਸ ਹੀ ਇੱਕ ਨਹੀਂ ਮੈਂ ਰੀਸੈਂਟਲੀ 2 ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਪੰਜਾਬ ਤੋਂ ਬਾਹਰ ਮੈਂ ਲਖਨਊ ਗਿਆ ਸੀ ਇੱਕ ਸ਼ਾਦੀ ਤੇ ਸਾਡੇ ਖਾਸ ਰਿਲੇਟਿਵ ਸੀ ਬਹੁਤ ਜ਼ਰੂਰੀ ਸੀ 30 ਸਾਲ ਤੋਂ ਮੇਰੀ ਕਜ਼ਨ ਸੀ ਉਹਦੇ ਬੇਟੇ ਦਾ ਸ਼ਾਦੀ ਸੀਗੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੀ ਹੋਰ ਜਿਹੜੀ ਕੌਮ ਦੀ ਅਰਦਾਸ ਹੀ ਇੱਕ ਨਹੀਂ ਜਿਹਦੀ ਕੌਮ ਦਾ ਰਹਿਤ ਮਰਿਆਦਾ ਹੀ ਇੱਕ ਨਹੀਂ ਜੇ ਟਕਸਾਲੀ ਆ ਤਾਂ ਉਹ ਆਪਣੀ ਡੁਗਡੁਗੀ ਨਾਨਕ ਸਰੀਏ ਤਾਂ ਆਪਣੀ ਡੁਗਡੁਗੀ ਜੇ ਕੋਈ ਮਿਸ਼ਨਰੀ ਹੈ ਤੇ ਆਪਣੀ ਉਹਨਾਂ ਦੀ ਡੁਗਡੁਗੀ ਤੇ ਜੇ ਆਪਾਂ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਕਹਿ ਲਈਏ ਕਿ ਬਾਹਰਲੇ ਗੁਰਦੁਆਰਾ ਸਾਹਿਬ ਦੇ ਵਿੱਚ ਬੜਾ ਕਹਿ ਜੇ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆ ਉਹਨਾਂ ਦੀ ਅਰਦਾਸ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਡਿਫਰੈਂਟ ਹੁੰਦੀ ਹੈ ਜਿਹੜੀ ਕੌਮ ਇੱਕ ਏਕੇ ਦੇ ਵਿੱਚ ਹੀ ਨਹੀਂ ਆ ਉਹ ਪ੍ਰਾਪਤੀ ਕਿਵੇਂ ਕਰ ਲੂ ਉਹ ਮੰਜ਼ਿਲੇ ਮਕਸੂਦ ਤੱਕ ਕਿਵੇਂ ਪਹੁੰਚ ਜੂ ਉਹ ਕਿਵੇਂ ਮੰਜ਼ਿਲ ਸਰ ਕਰ ਲੂ ਕਿਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਉਹ ਪ੍ਰੋਪਰ ਜਿਹੜੀ ਆ ਉਹ ਇੱਕ ਵਿਧੀ ਵਿਧਾਨ ਦੇ ਰਾਹੀਂ ਚੋਣ ਕਰ ਲਓ ਜਿਵੇਂ ਪਰਚੀ ਦੇ ਵਿੱਚੋਂ ਨਿਕਲਣ ਵਾਲੀ ਤੁਸੀਂ ਗੱਲ ਕੀਤੀ ਹੈ ਮੇਰੇ ਨਾਲ ਇੱਕ ਕਾਲਰ ਨੇ ਦੇਖ ਲੈਣੇ ਆ ਕੀ ਕਹਿਣਾ ਚਾਹੁੰਦੇ ਨੇ ਪਹਿਲਾਂ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਇਹਨੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਚਾਵਲਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਦੁਬਾਰਾ ਬੋਲ ਸਕਦਾ ਹਾਂ ਬੋਲੋ ਜੀ ਬੋਲੋ ਹਾਂਜੀ ਵੀਰ ਸਾਹਿਬ ਬੋਲੋ ਚਾਵਲਾ ਸਾਹਿਬ ਤੁਹਾਨੂੰ ਕਹਿਣਾ ਮੈਂ ਕੁਛ ਜੀ ਬੋਲੋ ਚਾਵਲਾ ਸਾਹਿਬ ਇਹ ਗੱਲ ਹੈ ਵੀ ਤੁਸੀਂ ਹੁਣ ਮਤਲਬ ਇਹ ਤੇ ਕਹਿਤਾ ਜਿਹੜਾ ਕਿ ਬਹੁਤ ਸੁਣਦੇ ਨੇ ਮੇਰੇ ਵਾਸਤੇ ਉਹ ਜ਼ੀਰੋ ਹੈ ਤੇ ਜੇ ਇਹਦੇ ਲਫ਼ਜ਼ ਦੇ ਵਿੱਚ ਮੈਂ ਕਹਾਂ ਤੁਹਾਨੂੰ ਮੈਂ ਕੀ ਕਹਾਂਗਾ ਜੋ ਮਰਜ਼ੀ ਕਹੋ ਜੀ ਤੁਸੀਂ ਫਿਰ ਮੇਰੇ ਕੋਲ ਸਿਸਟਮ ਇਹੋ ਜਿਹਾ ਹੋਵੇ ਤੇ ਫਿਰ ਮੈਂ ਦੂਜੇ ਪਾਸੇ ਕਰਾਂ ਮੈਂ ਨਹੀਂ ਕੱਟਾਂਗਾ ਜੋ ਤੁਸੀਂ ਗਲਤ ਮੈਂ ਜ਼ੀਰੋ ਮੈਂ ਕੀ ਕਿਹਾ ਕਿ VVIP ਜੇ ਇਸ ਲਾਈਨ ਦੀ ਮਰਿਆਦਾ ਨੂੰ ਕੱਟਣ ਦੀ ਕੋਸ਼ਿਸ਼ ਕਰੋ ਮੇਰੀ ਗੱਲ ਸੁਣੋ ਵਿਰਕ ਸਾਹਿਬ ਮੈਂ ਤੁਹਾਨੂੰ ਬੈਨ ਵੀ ਕਰ ਸਕਦਾ ਕੱਟ ਵੀ ਸਕਦਾ ਤੇ ਤੁਹਾਨੂੰ ਰੋਕ ਵੀ ਸਕਦਾ ਮੇਰੀ ਗੱਲ ਸੁਣੋ ਤੁਸੀਂ ਬੈਨ ਕਰ ਦਿਓ ਮੈਨੂੰ ਜੀ ਤੁਸੀਂ ਕਾਲ ਹੀ ਨਾ ਕਰਿਆ ਕਰੋ ਫਿਰ ਤੁਹਾਡੇ ਲਈ ਇੰਨਾ ਹੀ ਬਹੁਤ ਆ ਦੈਟਸ ਇਟ ਇਨਫ ਇਜ਼ ਇਨਫ ਓਕੇ ਇਨਫ ਇਜ਼ ਇਨਫ ਤੁਸੀਂ ਨੋ ਮੈਂ ਤੁਹਾਨੂੰ ਮੇਰੇ ਕੋਲ ਸਭ ਕੁਝ ਆ ਤੁਸੀਂ ਕਹਿੰਦੇ ਜਿੱਥੇ ਮਰਜ਼ੀ ਜਿਸ ਮਰਜ਼ੀ ਜਾ ਕੇ ਹੋਸਟ ਨੂੰ ਬੋਲ ਦਿਓ ਕਿ ਮੈਂ ਤੁਹਾਨੂੰ ਕੱਟਿਆ ਜਦੋਂ ਤੁਸੀਂ ਸੁਣਨਾ ਹੀ ਨਹੀਂ ਹੈ ਗੱਲ ਨੂੰ ਸਮਝਣਾ ਹੀ ਤੁਸੀਂ ਕੁਝ ਨਹੀਂ ਮੈਂ ਤੇ ਫਿਰ ਦੂਜੀ ਗੱਲ ਕੀ ਕਰਨੀ ਤੁਹਾਡੇ ਨਾਲ ਪਹਿਲਾਂ ਸੁਣੋ ਮੈਂ ਕਿਹਾ ਕੀ ਆ ਮੇਰੀ ਕੁਝ ਮਰਿਆਦਾ ਮੈਂ ਜਵਾਬ ਦੇਣੇ ਆ ਜੋ ਤੁਸੀਂ ਰਲ ਗੱਡ ਕਰੋਗੇ ਮੈਨੂੰ 100 ਕੁਐਸਚਨ ਆਉਣਾ ਤੇ ਮੈਂ 100 ਨੂੰ ਜਵਾਬ ਦੇਣਾ ਆ ਤੁਸੀਂ ਤੇ ਇਕੱਲੇ ਹੀ ਨਹੀਂ ਮਾਣ ਤੇ 100 ਨੂੰ ਮੈਂ ਕਿਵੇਂ ਸੰਭਾਲੂਗਾ ਕੌਣ ਪੱਟੀ ਸਾਹਿਬ ਹਾਂਜੀ ਸਰ ਚਾਵਲਾ ਜੀ ਜੀ ਸਰ ਮੇਰੀ ਕਹਾਣੀ ਨਹੀਂ ਸੀ ਜੀ ਪੂਰੀ ਹੋਈ ਹੁਣ ਮੈਂ ਸੌਣਾ ਜੀ ਤੁਹਾਡੀ ਕਹਾਣੀ ਅਗਲੇ ਸ਼ੁੱਕਰਵਾਰ ਸੁਣਾਂਗੇ ਜੀ ਥੈਂਕ ਯੂ ਜੀ ਚਲੋ ਤੁਸੀਂ ਸੁਣਨਾ ਹੀ ਨਹੀਂ ਤੁਹਾਨੂੰ ਰੇਡੀਓ ਤੇ ਆ ਕੇ ਬੋਲਣ ਦਾ ਲਹਿਜਾ ਹੀ ਨਹੀਂ ਪਤਾ ਤੁਸੀਂ ਸਮਝਦੇ ਹੋ ਕਿ ਘਰੇ ਬੈਠੇ ਮੈਂ ਬੇਸਮੈਂਟ ਦੇ ਵਿੱਚ ਕਿਸੇ ਨੂੰ ਦਬਕਾ ਮਾਰਦਾ ਇਹ ਹੋਸਟ ਨਹੀਂ ਆ ਉਹ ਜਿਹੜਾ ਤੁਹਾਡੇ ਦਬਕੇ ਸੁਣ ਲੂਗਾ ਜਾਂ ਤੁਹਾਡੀਆਂ ਗੱਲਾਂ ਬਿਨਾਬਾਜੀ ਦੀਆਂ ਸੁਣ ਲੂਗਾ ਮੈਂ ਕਿਹਾ ਤੁਸੀਂ ਗੱਲ ਨੂੰ ਰੱਦ ਕੱਢ ਨਾ ਕਰੋ ਰਲ ਕੱਢ ਕਰੋਗੇ ਤੇ ਮੈਨੂੰ 10 ਕੁਐਸਚਨ ਆਉਣੇ ਆ ਕਿ ਇਸ ਬੰਦੇ ਨਾਲ ਤੁਲਨਾ ਤੁਸੀਂ ਕਰ ਦਿੱਤੀ ਹੈ ਸਵਾਲਾਂ ਦੇ ਜਵਾਬ ਮੈਂ ਦੇਣਾ ਤੁਸੀਂ ਨਹੀਂ ਦੇਣਾ ਠੀਕ ਹੈ ਜੀ ਰਿਕੁਐਸਟ ਹੈ ਜੇ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਕਾਲ ਨਾ ਕਰਿਆ ਕਰੋ ਇਹ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ ਹੋਰ ਪੱਟੀ ਸਾਹਿਬ ਨੂੰ ਤੁਸੀਂ ਸਪੈਸ਼ਲੀ ਆਫ ਦੀ ਏਅਰ ਕਾਲ ਕਰਕੇ ਜੋ ਮਰਜ਼ੀ ਕਹੋ ਮੈਂ ਇਸ ਮੰਚ ਦੇ ਉੱਤੇ ਇਹਦੀ ਦੁਰਵਰਤੋਂ ਨਹੀਂ ਹੋਣ ਦੇਣੀ ਮੈਂ ਨਹੀਂ ਕਹਿਣਾ ਕਿ ਤੁਸੀਂ ਸਹੀ ਹੋ ਮੈਂ ਕਹੂੰਗਾ ਤੁਸੀਂ ਗਲਤ ਹੋ ਤੇ ਗਲਤ ਹੋ
ਜਿੱਥੇ ਗਲਤ ਹੋ, ਜਿੱਥੇ ਸਹੀ ਹੋ। ਜਿੱਥੇ ਮੈਂ ਗਲਤ ਹਾਂ, ਮੈਨੂੰ ਤੁਸੀਂ ਪਿਆਰ ਨਾਲ ਕਹਿ ਸਕਦੇ ਕਿ ਮੈਂ ਗਲਤ ਹਾਂ। ਇੱਡੀ ਉੱਚੀ ਨਹੀਂ ਤੁਸੀਂ ਬੋਲ ਸਕਦੇ। ਮੈਂ ਤੁਹਾਡਾ ਕੋਈ ਗੁਲਾਮ ਨਹੀਂ ਆ, ਠੀਕ ਹੈ। ਮੈਂ ਦਿਨ ਰਾਤ ਮਿਹਨਤ ਕਰਦਾ ਤੇ ਇਸ ਸ਼ੋਅ ਦੀ ਪੇਮੈਂਟ ਕਰਦਾ। ਤੁਸੀਂ ਸੁਣਦੇ ਹੋ, ਚੰਗਾ ਲੱਗਦਾ ਠੀਕ ਆ, ਕਾਲ ਕਰਨੀ ਹੈ, ਚੰਗਾ ਲੱਗਦਾ। ਜੇ ਪਿਆਰ ਨਾਲ ਬੋਲੋਗੇ ਤੇ ਸਵਾਲ ਸੁਣ ਲਵਾਂਗਾ, ਨਹੀਂ ਸੁਣਾਂਗਾ ਤੇ ਨਹੀਂ ਸੁਣਾਂਗਾ। ਇਹ ਪਾਲਿਸੀ ਹੈ ਇਸ ਪ੍ਰੋਗਰਾਮ ਦੀ, ਇਹ ਨਿਯਮ ਹੈ ਇਸ ਪ੍ਰੋਗਰਾਮ ਦੇ। ਚੰਗਾ ਲੱਗਦਾ ਸੁਣ ਲਓ, ਨਹੀਂ ਚੰਗਾ ਲੱਗਦਾ ਨਾ ਸੁਣੋ। ਜੇ ਕਾਲ ਕਰੋਗੇ, ਰਲਗੜ ਕਰੋਗੇ, ਗਲਤ ਕਰੋਗੇ, ਮੈਂ ਗਲਤ ਨੂੰ ਗਲਤ ਕਹੂੰਗਾ, ਸਹੀ ਨੂੰ ਸਹੀ ਕਹੂੰਗਾ। ਜਿੰਨੀ ਕੁ ਮੇਰੀ ਸੋਚ ਹੈ, ਮੈਂ ਹਵਾ 'ਚ ਫੂਕਾਂ ਨਹੀਂ ਮਾਰਨ ਵਾਲਾ, ਤੇ ਨਾ ਮੈਂ ਫੂਕ ਚਾਉਣ ਵਾਲਾ, ਤੇ ਨਾ ਮੈਂ ਫੂਕ ਛਕਣੀ ਆ। ਨਾ ਮੈਂ ਛਕਾਈ ਆ, ਨਾ ਮੈਂ ਛਕਦਾ। ਦੂਜੀ ਵਾਰੀ ਕਾਲ ਕੀਤੀ, ਤੁਹਾਨੂੰ ਮੌਕਾ ਦਿੱਤਾ ਹੈ। ਮੈਂ ਤੁਹਾਨੂੰ ਨਹੀਂ ਜ਼ੀਰੋ ਕਿਹਾ, ਮੈਂ ਸਾਰਿਆਂ ਨੂੰ ਕਿਹਾ ਕਿ ਜਿਹੜਾ ਵੀ ਵਿਅਕਤੀ, ਦੁਬਾਰਾ ਰਿਕਾਰਡਿੰਗ ਸੁਣ ਲਓ, ਜਿਹੜਾ ਵੀ ਵਿਅਕਤੀ ਆ ਕੇ ਇਸ ਮੰਚ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰੂਗਾ, ਉਹ ਮੇਰੇ ਵਾਸਤੇ ਹੀਰੋ ਨਹੀਂ, ਜ਼ੀਰੋ ਆ। ਦੈਟਸ ਇਟ। ਤੁਸੀਂ ਆਪਣੇ ਆਪ ਨੂੰ ਲਾਉਣਾ, ਆਪਣੇ ਆਪ ਨੂੰ ਲਾਈ ਚੱਲੋ ਵਿਦ ਡਿਊ ਰਿਸਪੈਕਟ। ਭੱਟੀ ਸਾਹਿਬ, ਸਿੱਧੂ ਸਾਹਿਬ ਦਾ ਕੀ ਮਾਮਲਾ? ਹੁਣ ਕਾਫੀ ਪਾਰਟੀ ਦੇ ਵਿੱਚ ਰਹਿ ਕੇ ਹੀ ਪਾਰਟੀ ਦੀ ਮਤਲਬ ਇੱਕ ਪਾਰਟੀ ਚਲਾ ਰਹੇ ਨੇ। ਕਿੱਥੋਂ ਤੱਕ ਨਿਬੜਨਗੇ, ਕਿੱਥੋਂ ਤੱਕ ਚੱਲਣਗਾ? सिद्धू साहब जी एक गल है जी, मैं सूरज के साथ रहकर भी तहजीब नहीं भूला, तुम जुगनू के साथ रह के मगरूर हो गए। हाँ, सिद्धू साहब का मामला जी अनुशासनी कमेटी को गया कि इस बंदे ने पार्टी का बहुत नुकसान किया, पहला भी किया ते बाद भी किया ते अज भी पार्टी चो पहले बंदे जो कढ़े गए उन्होंने राबता कायम करके कोई नवी योजना बना रहा पार्टी में बर्बाद करना। राजा वड़िंग ने जिहड़ा सी हरीश चौधरी ने कहा, हरीश चौधरी पंजाब मामले के इंचार्ज आ, उन्होंने एक लैटर हाईकमान नूं दित्ती। हाईकमान ने लैटर अनुशासनी कमेटी के हवाले कर दित्ती ते अनुशासनी कमेटी की कल मीटिंग सी सिद्धू के खिलाफ कार्रवाई करन दी, करनी नहीं, उन्हें सिफारिश करनी सी। लेकिन एक एंट्री जिहड़े वो मैंबर ने, उन्होंने के चेयरमैन ने अनुशासनी कमेटी के, उन्होंने बीमारी की हालत कल जी मीटिंग मुलतवी कर दी है। तो देखो अगली मीटिंग कदों होगी, उम्मीद है कि अगले हफ्ते होगी। सिद्धू साहब के भविख का फैसला भी हो जाएगा कि उन्होंने की पार्टी ने करना की नहीं करना। इसके मतलब आप क्या जी कि पार्टी क्यों नहीं सिद्धू ने जाना जाए, लोड़ नहीं दी। दूसरी गल कही सी, जी दूसरी गल तुहाडी घर च कही सी, मैं कहा जी सिद्धू जिहड़ा वा वो शहीद होना चाहता वा, सुसाइड नहीं करना चाहता। सिद्धू ने कहा कि मैं कांग्रेस पार्टी च, हाँ कांग्रेस पार्टी च रवांगा, अमृतसर नूं नहीं छड्डांगा। हुण मैं सोनिया गांधी, मैडम सोनिया गांधी की सेवा करांगा जिन्ना चिर मेरे स्वास ने। बिल्कुल तुसीं सही कह रहे हो कि वह शहीद होना चाहता कि मैनूं कड्डो, ਤੋਰੋ, फिर जाके मैं किसी होर तराजू दे विच बैठा, उत्थे मैनूं की मुल मिलदा, मैनूं वट्टा लगदा जां नहीं लगदा, वो दैट्स अ डिफरेंट स्टोरी। मेहरबानी जी जी, थैंक यू। तुसी सुन रहे हो चावला न्यूज़ नेटवर्क टोरंटो, CNN टोरंटो।